ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਆਸਾ ਕੀ ਵਾਰ ਭਾਈ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਪਾਸੋਂ ਬੜੇ ਪਿਆਰ ਨਾਲ ਕੀਰਤਨ ਰੂਪ ਵਿੱਚ ਉਸ ਦਾ ਪਾਠ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਪਿਛਲੇ ਮਹੀਨੇ ਦੀ 28 ਤਰੀਕ ਨੂੰ ਅਤੇ ਇਸ ਸੈਪਟੈਂਬਰ ਮਹੀਨੇ ਦੀ 1 ਤਰੀਕ ਨੂੰ ਸਿੱਖ ਸਮਾਜ ਅੰਦਰ ਆਦਿ ਗ੍ਰੰਥ ਸਾਹਿਬ, ਜਿਸ ਨੂੰ ਗੁਰਬਾਣੀ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਅਤੇ ਬਾਣੀ ਗੁਰੂ ਹੈ ਬਾਣੀ ਆਖਿਆ ਗਿਆ, ਉਸ ਦਾ ਪ੍ਰਕਾਸ਼ ਦਿਵਸ ਬੜੇ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਹਦੇ ਨਾਲ ਸੈਪਟੈਂਬਰ ਤੋਂ ਸ਼ੁਰੂ ਹੋ ਕੇ ਨਵੰਬਰ ਤੱਕ ਪਤਝੜ ਦੀ ਰੁੱਤ ਦਾ ਮੌਸਮ ਹੈ। ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਥਿੱਤਾਂ ਬਦਲਦੀਆਂ ਰਹਿੰਦੀਆਂ ਨੇ, ਕੁਦਰਤ ਆਪਣੇ ਚੋਲੇ ਬਦਲਦੀ ਰਹਿੰਦੀ ਏ, ਮਨੁੱਖੀ ਸਰੀਰ ਬਦਲਦੇ ਰਹਿੰਦੇ ਨੇ, ਪਰ ਇੱਕ ਚੀਜ਼ ਹੈ ਜੋ ਇਸ ਪੂਰੇ ਬ੍ਰਹਿਮੰਡ ਵਿੱਚ ਕਦੇ ਨਹੀਂ ਬਦਲਦੀ, ਉਹ ਹੈ ਪਰਮਾਤਮਾ। ਤੇ ਸਾਨੂੰ ਗੁਰੂ ਜੀ ਨੇ ਹਰ ਰੁੱਤ ਵਿੱਚ ਉਹਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ, ਜਿਹੜਾ ਕਦੀ ਬਦਲਦਾ ਨਹੀਂ। ਪਿੱਛੇ ਜੇ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਬਸੰਤ ਆ ਜਾਂਦੀ ਹੈ, ਬੜੇ ਸੋਹਣੇ ਫੁੱਲ ਖਿੜਦੇ ਨੇ, ਵਨਸਪਤੀ ਹਰੀ ਭਰੀ ਹੋ ਜਾਂਦੀ ਹੈ, ਨਵੀਆਂ ਕਰੁੰਬਲਾਂ ਨਿਕਲਦੀਆਂ ਨੇ, ਪੰਛੀ ਗੀਤ ਗਾਉਂਦੇ ਨੇ, ਕਿੰਨਾ ਸੋਹਣਾ ਲੱਗਦਾ ਹੈ ਸਭ ਕੁਝ। ਉਹਨੇ ਹੌਲੀ ਹੌਲੀ ਪੱਤੇ ਆਪਣਾ ਰੰਗ ਵਟਾ ਲੈਣਗੇ, ਡਿੱਗਣੇ ਸ਼ੁਰੂ ਹੋ ਜਾਣਗੇ, ਤੇ ਇੱਕ ਵਕਤ ਆਏਗਾ ਕਿ ਸਭ ਇਹ ਵਨਸਪਤੀ ਇਉਂ ਹੋ ਜਾਏਗੀ ਜਿਵੇਂ ਇਸ ਜੰਗਲ ਨੂੰ ਕਿਸੇ ਨੇ ਅੱਗ ਲਾ ਕੇ ਸਾੜ ਦਿੱਤਾ ਹੋਵੇ। ਅਸੀਂ ਇਹਦੇ ਤੋਂ ਕੀ ਸਿੱਖਣਾ ਹੈ? ਪਤਝੜ ਤੋਂ ਇੱਕ ਗੱਲ ਅਸਾਂ ਯਾਦ ਰੱਖਣੀ ਹੈ ਕਿ ਇਸ ਤਰ੍ਹਾਂ ਰੁੱਤਾਂ ਸਾਡੇ ਸਰੀਰ ਉੱਤੇ ਵੀ ਆਉਂਦੀਆਂ ਨੇ। ਕਦੀ ਜਨਮ ਹੋਇਆ ਸੀ ਇਸ ਸਰੀਰ ਦਾ, ਕਦੀ ਬਸੰਤ ਦੀ ਤਰ੍ਹਾਂ ਜਵਾਨੀ ਆਈ ਸੀ, ਤੇ ਕਦੀ ਹੁਣ ਪਤਝੜ ਦੀ ਤਰ੍ਹਾਂ ਬੁਢੇਪਾ ਆ ਰਿਹਾ ਹੈ। ਜਿਵੇਂ ਇਹ ਪੱਤੇ ਝੜਨਗੇ, ਵਨਸਪਤੀ ਖਾਲੀ ਹੋ ਜਾਏਗੀ, ਇੱਕ ਵਕਤ ਆਏਗਾ ਇਹ ਸਰੀਰ ਵੀ ਜਾਂਦਾ ਰਹੇਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ, ਸਭੇ ਰੁੱਤੀ ਚੰਗੀਆਂ ਜਿਤ ਪਿਆਰੇ ਸਿਉ ਨੇਹ। ਕਈ ਲੋਕ ਜਦੋਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ ਤੇ ਪਤਝੜ ਦੀ ਵੀਰਾਨਗੀ ਵੇਖ ਕੇ ਉਹਨਾਂ ਦੇ ਮਨ ਵਿੱਚ ਉਦਾਸੀ ਆਉਂਦੀ ਏ, ਲੇਕਿਨ ਗੁਰੂ ਜੀ ਆਖਦੇ ਨੇ, ਜੇ ਤੁਹਾਡਾ ਪਿਆਰ ਤੁਹਾਡੇ ਪਿਆਰੇ ਨਾਲ ਬਣ ਜਾਏ ਤੇ ਫਿਰ ਪਤਝੜ ਵੀ ਤੁਹਾਨੂੰ ਉਦਾਸ ਨਹੀਂ ਕਰੇਗੀ। ਉਸ ਜੀਵ ਇਸਤਰੀ ਲਈ ਸਾਰੀਆਂ ਰੁੱਤਾਂ ਚੰਗੀਆਂ ਸੋਹਣੀਆਂ ਹੋ ਜਾਂਦੀਆਂ ਨੇ, ਜਿਸ ਜੀਵ ਰੂਪ ਇਸਤਰੀ ਦਾ ਪਿਆਰ ਆਪਣੇ ਪਿਆਰੇ ਪ੍ਰਭੂ ਪਤੀ ਨਾਲ ਬਣ ਜਾਂਦਾ ਹੈ।
ਸੋ ਕੋਸ਼ਿਸ਼ ਕਰਿਆ ਕਰੀਏ ਆਪਣਾ ਮਨ, ਆਪਣੀ ਸੁਰਤ ਉਸ ਮਾਲਕ ਨਾਲ ਜੋੜੀਏ। ਭਾਵੇਂ ਇਹ ਕੰਮ ਇੰਨਾ ਆਸਾਨ ਨਹੀਂ, ਬੜਾ ਹੀ ਮੁਸ਼ਕਿਲ ਹੈ। ਸੁਰਤ ਨਹੀਂ ਜੁੜਦੀ, ਬੈਠੇ ਕਿਤੇ ਆ, ਅੰਦਰੋਂ ਹੀ ਕਿਤੇ ਪਹੁੰਚਿਆ ਹੁੰਦਾ। ਇਹਨੂੰ ਆਖੀਦਾ ਕਿ ਤੂੰ ਤੇ ਵਾਹਿਗੁਰੂ ਬੋਲ ਰਿਹਾ ਸੈਂ, ਤੂੰ ਤੇ ਬਾਣੀ ਦਾ ਪਾਠ ਪੜ੍ਹ ਰਿਹਾ ਸੈਂ, ਤੂੰ ਕਿੱਥੇ ਚਲਾ ਗਿਆ? ਇਹ ਵਾਪਸ ਆ ਜਾਂਦਾ ਅੰਦਰੋਂ। ਫਿਰ ਇਸ ਤਰ੍ਹਾਂ ਨਹੀਂ ਜਿਵੇਂ ਬੱਚੇ ਖੇਡਦੇ ਹੁੰਦੇ ਨੇ ਲੁਕਣ ਮੀਟੀ, ਬਸ ਸਾਨੂੰ ਉਸ ਕਿਸੇ ਕੰਮ 'ਚ ਲਾ ਕੇ ਆ ਫਿਰ ਦੌੜ ਜਾਂਦਾ। ਇਹਨੂੰ ਰੋਕਣਾ ਹੈ, ਇਹਨੂੰ ਹਰ ਵਕਤ ਰੋਕਣਾ ਹੈ, ਹਰ ਵਕਤ ਸੇਧ ਗੁਰਬਾਣੀ ਤੋਂ ਲੈਣੀ ਹੈ। ਤੈਨੂੰ ਆਖਣਾ ਹੈ ਕਿ ਨਹੀਂ, ਜਿਸ ਕੰਮ ਲੱਗਾ ਉਸ ਕੰਮ ਨੂੰ ਕਰ। ਇੱਥੋਂ ਅਧਿਆਤਮਿਕਤਾ ਦੀ ਸ਼ੁਰੂਆਤ ਹੁੰਦੀ ਏ। ਇਸ ਨੂੰ ਆਖਦੇ ਨੇ ਧਿਆਨ। ਇੱਥੋਂ ਧਿਆਨ ਸ਼ੁਰੂ ਹੁੰਦਾ ਹੈ, ਧਿਆਨ ਦੀ ਅਵਸਥਾ ਸ਼ੁਰੂ ਹੁੰਦੀ ਏ ਕਿ ਆਪਣੇ ਦੌੜਦੇ ਹੋਏ ਮਨ ਨੂੰ ਮੋੜ ਮੋੜ ਕੇ ਸ਼ਬਦ ਤੇ ਲਿਆਉਣਾ, ਮੋੜ ਮੋੜ ਕੇ ਆਪਣੇ ਇੱਕ ਉਸ ਕੇਂਦਰ ਬਿੰਦੂ ਤੇ ਲਿਆਉਣਾ ਜਿੱਥੇ ਅਸੀਂ ਇਸ ਨੂੰ ਟਿਕਾਣਾ ਚਾਹ ਰਹੇ ਹੁੰਦੇ ਹਾਂ। ਸੋ ਜੀ ਕੋਸ਼ਿਸ਼ ਕਰੀਏ। ਕੋਸ਼ਿਸ਼ ਨੂੰ, ਮਿਹਨਤ ਨੂੰ ਭਾਗ ਲੱਗਦੇ ਨੇ। ਪਰਮਾਤਮਾ ਜ਼ਰੂਰ ਸੁਣੇਗਾ, ਕਦੀ ਨਾ ਕਦੀ ਸੁਰਤ ਮਨ ਜ਼ਰੂਰ ਟਿਕੇਗਾ। ਸੋ ਆਓ ਅੱਜ ਦੀ ਵਿਚਾਰ ਸ਼ੁਰੂ ਕਰਦੇ ਹਾਂ। ਪਿਛਲੀ ਕਥਾ ਵਿੱਚ ਆਪਾਂ ਸਮਝਿਆ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਢਾਕੇ ਤੋਂ ਥੋੜਾ ਅੱਗੇ ਚਲੇ ਗਏ ਨੇ। ਅੱਗੇ ਇੱਕ ਉਸ ਜ਼ਿਮੀਂਦਾਰ ਨੂੰ ਮਿਲੇ ਨੇ ਜਿਹਦਾ ਕੰਮ ਆਪਾਂ ਵੇਖ ਲਿਆ ਕਿ ਠੱਗੀਆਂ, ਚੋਰੀਆਂ, ਧਾੜੇ, ਡਾਕੇ। ਉਸ ਨੂੰ ਸਿੱਖਿਆ ਬਖਸ਼ੀ। ਉਸ ਚੋਰ ਨੂੰ, ਉਸ ਧਾੜਵੀ ਨੂੰ, ਉਸ ਲੁਟੇਰੇ ਨੂੰ ਸੰਤ ਬਣਾ ਦਿੱਤਾ। ਰਾਜੇ ਦੇ ਦਰਬਾਰ ਵਿੱਚ ਉਹ ਪਹੁੰਚਿਆ। ਰਾਜੇ ਨੇ ਉਸ ਨੂੰ ਵਜ਼ੀਰੀ ਦਿੱਤੀ। ਰਾਜੇ ਨੇ ਆਖਿਆ, ਮੈਂ ਤੈਨੂੰ ਗੁਰੂ ਬਣਾਉਣਾ ਚਾਹੁੰਦਾ। ਉਸ ਭੂਮੀਏ ਨੇ ਆਖਿਆ, ਮੈਨੂੰ ਗੁਰੂ ਨਾ ਬਣਾ, ਮੈਂ ਤੇ ਅਜੇ ਚੰਗਾ ਸਿੱਖ ਵੀ ਨਹੀਂ ਬਣਿਆ। ਜੇ ਤੂੰ ਗੁਰੂ ਬਣਾਉਣਾ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਬਣਾ। ਉਹਨੇ ਆਖਿਆ, ਗੁਰੂ ਨਾਨਕ ਕਿੱਥੇ ਨੇ? ਭੂਮੀਏ ਨੇ ਆਖਿਆ, ਸੀ ਗੁਰੂ ਨਾਨਕ ਸ਼ਬਦ ਵਿੱਚ ਮੌਜੂਦ ਨੇ। ਤੂੰ ਉਹਨਾਂ ਦੀ ਬਾਣੀ ਪੜ੍ਹ, ਉਹਨਾਂ ਦਾ ਸ਼ਬਦ ਪੜ੍ਹ, ਸ਼ਬਦ ਨਾਲ ਪਿਆਰ ਕਰ, ਸ਼ਬਦ ਨੂੰ ਸਮਝ, ਜੀਵਨ ਵਿੱਚ ਵਸਾ। ਗੁਰੂ ਨਾਨਕ ਤੇਰੇ ਨਾਲ ਹੋਣਗੇ। ਅਸੀਂ ਗੱਲ ਕਰ ਰਹੇ ਸਾਂ ਕਿ ਚੋਰੀ ਦੀ। ਇਹ ਬੰਦਾ ਚੋਰੀਆਂ ਕਰਦਾ ਸੀ ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ, ਚੋਰੀ ਦੋ ਤਰ੍ਹਾਂ ਦੀ ਹੁੰਦੀ ਏ। ਇੱਕ ਤਨ ਦੀ ਚੋਰੀ ਹੁੰਦੀ ਏ ਤੇ ਇੱਕ ਮਨ ਦੀ ਚੋਰੀ ਹੁੰਦੀ ਏ। ਇੱਥੇ ਆਪਾਂ ਗੱਲ ਛੱਡੀ ਸੀ, ਇੱਥੋਂ ਹੀ ਅੱਜ ਸ਼ੁਰੂ ਕਰਦੇ ਹਾਂ। ਭਾਈ ਸਾਹਿਬ ਲਿਖਦੇ ਨੇ, ਪਰ ਕੀ ਵਸਤ ਛੁਪਾਵਨ ਕਰਨੀ, ਇਹ ਸਤਿਆਈ ਤਨ ਕੀ ਬਰਨੀ। ਸਤਿਆਈ ਦਾ ਅਰਥ ਹੁੰਦਾ ਹੈ ਚੋਰੀ। ਕਿਸੇ ਮਨੁੱਖ ਦੀ ਪਰਾਈ ਵਸਤੂ ਨੂੰ ਆਪਣੇ ਕੋਲ ਲੁਕਾ ਲੈਣਾ ਤੇ ਉਸ ਦੇ ਪੁੱਛਣ ਤੇ ਵੀ ਆਖਣਾ, ਨਹੀਂ ਮੈਨੂੰ ਨਹੀਂ ਸੀ ਪਤਾ, ਮੈਂ ਨਹੀਂ ਵੇਖੀ ਤੇਰੀ ਚੀਜ਼। ਇਸ ਨੂੰ ਚੋਰੀ ਆਖਦੇ ਨੇ। ਤੇ ਇਹ ਚੋਰੀ ਏ ਤਨ ਦੀ, ਸਰੀਰ ਦੀ। ਸਰੀਰ ਕਰਕੇ ਲੋਕ ਚੋਰੀਆਂ ਕਰਦੇ ਨੇ, ਲੋਕਾਂ ਦੇ ਘਰ ਭੰਨ ਲੈਂਦੇ ਨੇ, ਗੱਡੀਆਂ ਮੋਟਰਾਂ ਚੋਰੀ ਹੋ ਜਾਂਦੀਆਂ ਨੇ, ਲੋਕਾਂ ਦੇ ਬੱਚੇ ਚੋਰੀ ਹੋ ਜਾਂਦੇ ਨੇ, ਕਿੰਨਾ ਕੁਝ ਹੈ। ਇਹ ਸਾਰੀ ਤਨ ਦੀ ਚੋਰੀ ਹੈ। ਭਾਵੇਂ ਵਿਚਾਰ ਪਹਿਲਾਂ ਮਨ ਵਿੱਚ ਹੀ ਉੱਠਦਾ ਹੈ, ਪਰ ਇਸ ਤਰ੍ਹਾਂ ਦੀ ਚੋਰੀ ਤਨ ਦੀ ਚੋਰੀ ਅਖਵਾਉਂਦੀ ਹੈ ਭਾਈ ਸਾਹਿਬ ਅਨੁਸਾਰ। ਦੂਜੀ ਚੋਰੀ ਉਹ ਦੱਸਦੇ ਨੇ, ਕਰਹਿ ਪਾਪ ਪੁੰਨ ਰਾਖ ਦੁਰਾਏ, ਇਹ ਮਨ ਕੀ ਚੋਰੀ ਕਹਿਲਾਏ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਪਾਪ ਹੁੰਦਾ ਹੈ, ਇੱਕ ਅਪਰਾਧ ਹੁੰਦਾ ਹੈ।
ਅਪਰਾਧ ਉਹ ਹੁੰਦੇ ਨੇ ਜਿਹੜੇ ਸਾਡੇ ਮਨ ਵਿੱਚ ਉੱਠੇ ਸੀ ਤੇ ਅਸੀਂ ਉਹ ਸਾਡੇ ਕਰਮਾਂ ਵਿੱਚ ਹੋ ਨਿਬੜੇ। ਹੱਥੀਂ ਅਸੀਂ ਕੁਝ ਇਹੋ ਜਿਹੇ ਕਰਮ ਕਰ ਲਏ, ਉਹ ਅਪਰਾਧ ਬਣ ਜਾਂਦੇ ਨੇ। ਪਰ ਜਿਹੜੀਆਂ ਚੀਜ਼ਾਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ, ਉਹ ਪਾਪ ਹੁੰਦੇ ਨੇ। ਕਰ ਹੈ ਪਾਪ ਪੁੰਨ ਰਾਖ ਦੁਰਾਏ। ਦੁਰਾਏ ਦਾ ਮਤਲਬ ਹੁੰਦਾ ਹੈ ਲੁਕਾ ਕੇ ਰੱਖਣਾ। ਅਸੀਂ ਪਾਪ ਕੀ ਕਰਦੇ ਹਾਂ? ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਦੀ ਚੁਗਲੀ ਕਰਦੇ ਹਾਂ, ਕਿਸੇ ਦਾ ਤਨ, ਕਿਸੇ ਦਾ ਧਨ, ਉਸ ਨੂੰ ਮਾੜੀ ਨਿਗਾਹ ਨਾਲ ਵੇਖਦੇ ਹਾਂ। ਇਹ ਮਨ ਦੀ ਚੋਰੀ ਹੈ, ਇਸ ਨੂੰ ਪਾਪ ਆਖਦੇ ਨੇ। ਅਸੀਂ ਕਿਸੇ ਦੀ ਨਿੰਦਿਆ ਕਰਦੇ ਹੋਈਏ, ਕਿਸੇ ਦੀ ਚੁਗਲੀ ਕਰਦੇ ਹੋਈਏ, ਕਿਸੇ ਦੀ ਬਿਨਾਂ ਮਤਲਬ ਤੋਂ ਬਦਨਾਮੀ ਕਰਦੇ ਹੋਈਏ, ਤੇ ਜਦੋਂ ਉਹ ਸ਼ਖਸ ਮਿਲੇ ਜਿਸ ਦਾ ਅਸੀਂ ਇਹ ਸਭ ਕੁਝ ਕੀਤਾ ਹੋਵੇ, ਤੇ ਉਹਦੇ ਸਾਹਮਣੇ, ਉਹਦੇ ਮੂੰਹ ਤੇ ਉਸ ਦੇ ਬੜੇ ਹਿਤੈਸ਼ੀ ਬਣੀਏ, ਉਸ ਨੂੰ ਬੜਾ ਆਦਰ ਮਾਣ ਦਈਏ, ਉਸ ਦੀ ਵਡਿਆਈ ਕਰੀਏ, ਇਹ ਹੈ ਜੀ ਮਨ ਦੀ ਚੋਰੀ। ਕਿਉਂਕਿ ਅਸੀਂ ਉਹਦੀ ਕਰਕੇ ਤੇ ਬਦਨਾਮੀ ਆਏ ਹਾਂ, ਲੇਕਿਨ ਉਹਦੇ ਕੋਲੋਂ ਛੁਪਾ ਰਹੇ ਹਾਂ। ਇਸ ਨੂੰ ਪਾਪ ਆਖਦੇ ਨੇ। ਸੋ ਇਹ ਦੋ ਚੀਜ਼ਾਂ, ਤਨ ਦੀ ਚੋਰੀ ਤੇ ਮਨ ਦੀ ਚੋਰੀ, ਭਾਈ ਸਾਹਿਬ ਨੇ ਆਖਿਆ ਸਾਨੂੰ ਇਹ ਦੋਵੇਂ ਤਰ੍ਹਾਂ ਦੀ ਚੋਰੀ ਨਹੀਂ ਕਰਨੀ ਚਾਹੀਦੀ। ਸਾਨੂੰ ਸਾਫ਼ ਸੁਥਰੇ ਰਹਿਣਾ ਹੈ। ਜ਼ਰੂਰਤ ਹੋਵੇ ਕਿਸੇ ਚੀਜ਼ ਦੀ, ਅਸੀਂ ਕਿਸੇ ਤੋਂ ਮੰਗ ਸਕਦੇ ਹਾਂ, ਕਿਸੇ ਤੋਂ ਕੋਈ ਵਸਤੂ ਉਧਾਰੀ ਲੈ ਸਕਦੇ ਹਾਂ, ਜਾਂ ਆਪਣੀ ਮਿਹਨਤ ਕਰਕੇ ਉਹ ਵਸਤੂ ਬਣਾ ਸਕਦੇ ਹਾਂ। ਤੇ ਮਨ ਕਰਕੇ ਸਾਨੂੰ ਕੀ ਜ਼ਰੂਰਤ ਹੈ ਅਸੀਂ ਕਿਸੇ ਦਾ ਬੁਰਾ ਤੱਕੀਏ, ਬੁਰਾ ਸੋਚੀਏ, ਜਦੋਂ ਕਿ ਸਾਨੂੰ ਪਤਾ ਹੈ ਮਨ ਨਾਲ ਕੀਤਾ ਹੋਇਆ ਕੁਝ ਵੀ ਨਹੀਂ ਹੁੰਦਾ। ਭਾਵੇਂ ਹਰ ਚੀਜ਼ ਪਹਿਲਾਂ ਮਨ ਤੋਂ ਹੀ ਉਪਜਦੀ ਏ, ਪਹਿਲਾਂ ਵਿਚਾਰ ਹੀ ਪੈਦਾ ਹੁੰਦੇ ਨੇ। ਪਰ ਕਿਉਂ ਨਾ ਅਸੀਂ ਚੰਗੇ ਵਿਚਾਰ ਪੈਦਾ ਕਰੀਏ? ਅਸੀਂ ਕਿਉਂ ਕਿਸੇ ਦੇ ਪ੍ਰਤੀ ਮਾੜੇ ਵਿਚਾਰ ਰੱਖੀਏ? ਅਸੀਂ ਕਿਉਂ ਪਾਪੀ ਬਣੀਏ? ਸੋ ਨਾ ਅਸੀਂ ਪਾਪੀ ਬਣਨਾ, ਨਾ ਅਸੀਂ ਅਪਰਾਧੀ ਬਣਨਾ। ਅਸੀਂ ਨਾ ਤਨ ਦੀ ਚੋਰੀ ਕਰਨੀ, ਨਾ ਮਨ ਦੀ ਚੋਰੀ ਕਰਨੀ। ਇਹ ਸਾਨੂੰ ਭਾਈ ਸਾਹਿਬ, ਭਾਈ ਸੰਤੋਖ ਸਿੰਘ ਆਪਣੀ ਬਾਣੀ ਰਾਹੀਂ ਸਮਝਾਉਂਦੇ ਨੇ। ਗੁਰੂ ਨਾਨਕ ਸਾਹਿਬ ਕੀ ਆਖਦੇ ਨੇ? ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਿਸੇ ਮਾੜੇ ਪੁਰਸ਼ ਦਾ ਕੀਤਾ ਹੋਇਆ ਕਰਮ, ਉਹ ਕਰਮ ਵੀ ਮਾੜਾ ਹੀ ਅਖਵਾਉਂਦਾ, ਕਿਉਂਕਿ ਉਹਦੀ ਸੋਚ ਹੀ ਗਲਤ ਸੀ, ਉਹਨੇ ਵਿਚਾਰ ਹੀ ਗਲਤ ਲੈ ਕੇ ਤੁਰ ਪਿਆ ਸੀ। ਉਹਨਾਂ ਵਿਚਾਰਾਂ ਦੇ ਅਸਰ ਹੇਠ ਉਹਨੇ ਜਿਹੜਾ ਕੰਮ ਕੀਤਾ ਉਹ ਵੀ ਗਲਤ ਹੀ ਹੋਣਾ ਸੀ। ਇਹੋ ਜਿਹੇ ਬੰਦੇ ਦੀ ਜਿਹੜਾ ਇਹ ਦੋ ਪ੍ਰਕਾਰ ਦੀ ਚੋਰੀ ਕਰਦਾ ਹੈ, ਗੁਰੂ ਸਾਹਿਬ ਆਖਦੇ ਨੇ ਉਹਦੀ ਹਾਮੀ ਕੋਈ ਨਹੀਂ ਭਰਦਾ ਹੁੰਦਾ। ਹਾਮੀ ਭਰਨ ਤੋਂ ਮਤਲਬ ਹੁੰਦਾ ਹੈ ਕਿਸੇ ਦੀ ਗਵਾਹੀ ਦੇਣੀ, ਕਿਸੇ ਦੀ ਸਾਖ ਭਰਨੀ, ਸਾਖਸ਼ੀ ਹੋਣਾ ਕਿ ਇਸ ਬੰਦੇ ਨੇ ਇਹ ਕੰਮ ਨਹੀਂ ਕੀਤਾ, ਉਸ ਨੂੰ ਆਖਦੇ ਨੇ ਹਾਮੀ ਭਰਨਾ। ਜੇ ਕਿਸੇ ਨੇ ਚੋਰੀ ਕਰ ਲਈ ਹੋਵੇ ਤੇ ਉਹ ਬੰਦਾ ਕਿਸੇ ਸ਼ੱਕ ਸ਼ੁਬੇ ਵਿੱਚ ਫੜਿਆ ਜਾਏ ਤੇ ਉਹਦੀ ਸਾਖ ਭਰਨ ਵਾਲਾ ਸਾਖਸ਼ੀ ਜਾ ਕੇ ਆਖੇ ਕਿ ਮੈਂ ਤਾਂ ਇਸ ਨੂੰ ਵੇਖਿਆ, ਇਹਨੇ ਚੋਰੀ ਨਹੀਂ ਕੀਤੀ, ਜਿਸ ਵਕਤ ਚੋਰੀ ਹੋਈ ਉਦੋਂ ਇਹ ਮੇਰੇ ਘਰ ਸੀ, ਉਹਨੇ ਹਾਮੀ ਭਰੀ। ਲੇਕਿਨ ਜੇ ਕਿਤੇ ਜਿੱਥੇ ਚੋਰੀ ਕੀਤੀ ਗਈ ਉੱਥੇ ਕੈਮਰਾ ਲੱਗਾ ਹੋਵੇ, ਉਹ ਕੈਮਰੇ ਵਿੱਚ ਉਹਦੀ ਮੂਵੀ ਬਣ ਗਈ ਹੋਵੇ, ਉਹ ਉੱਥੇ ਕੋਰਟ ਵਿੱਚ ਪੇਸ਼ ਕਰ ਦਿੱਤੀ ਗਈ ਹੋਵੇ, ਫਿਰ ਚੋਰ ਵੀ ਝੂਠਾ ਤੇ ਉਹਦੀ ਗਵਾਹੀ ਦੇਣ ਵਾਲਾ ਵੀ ਝੂਠਾ, ਦੋਵੇਂ ਹੀ ਝੂਠੇ ਹੋ ਜਾਣਗੇ। ਗੁਰੂ ਸਾਹਿਬ ਆਖਦੇ ਨੇ ਕਿ ਇਹੋ ਜਿਹੇ ਬੰਦੇ ਦੀ ਤੇ ਸਾਖੀ ਗੁਰੂ ਵੀ ਨਹੀਂ ਭਰਦਾ, ਗੁਰੂ ਵੀ ਹਾਮੀ ਨਹੀਂ ਭਰਦਾ। ਗੁਰੂ ਕਿਉਂ ਨਹੀਂ ਭਰਦਾ? ਪਤਾ ਹੈ ਗੁਰੂ ਨੂੰ ਕਿ ਇਹਦੇ ਅੰਦਰ ਇੱਕ ਮੂਵੀ ਬਣ ਰਹੀ ਸੀ ਜਦੋਂ ਇਹ ਚੋਰੀ ਕਰਦਾ ਸੀ ਪਿਆ। ਭਾਵੇਂ ਦੁਨੀਆ ਦੇ ਲੋਕਾਂ ਨੂੰ ਨਹੀਂ ਪਤਾ,
ਲੇਕਿਨ ਜਿਹੜਾ ਅੰਦਰ ਪ੍ਰਭੂ ਨੇ ਕੈਮਰਾ ਫਿੱਟ ਕੀਤਾ ਸਾਡੇ, ਉਹ ਸਾਡੀ ਹਰ ਪਲ ਪਲ ਦੀ, ਹਰ ਸੈਕਿੰਡ ਦੀ ਮੂਵੀ ਤਿਆਰ ਹੋ ਰਹੀ ਹੈ। ਤੇ ਜਦੋਂ ਉੱਥੇ ਪਹੁੰਚਣਾ, ਅਸੀਂ ਉਸ ਦਫ਼ਤਰ ਵਿੱਚ ਜਿੱਥੇ ਲੇਖਾ ਲਿਆ ਜਾਣਾ ਹੈ, ਉੱਥੇ ਇਸ ਤਰ੍ਹਾਂ ਸਾਨੂੰ ਨਾ ਸਾਡੀ ਸਾਰੀ ਜ਼ਿੰਦਗੀ ਦੀ ਮੂਵੀ ਸਕਰੀਨ ਦੇ ਉੱਤੇ ਦਿਖਾ ਦਿੱਤੀ ਜਾਣੀ ਹੈ ਕਿ ਤੂੰ ਆਹ ਕੁਛ ਕੀਤਾ ਹੈ। ਤੇ ਗੁਰੂ ਫਿਰ ਹਾਮੀ ਕੀ ਭਰੇਗਾ ਜਦੋਂ ਸਾਡੀ ਮੂਵੀ ਬਣ ਰਹੀ ਹੈ? ਗੁਰੂ ਕਿਵੇਂ ਆਖ ਦੇਵੇਗਾ, ਗੁਰੂ ਕਿਵੇਂ ਝੂਠ ਬੋਲ ਦੇਗਾ ਕਿ ਇਸ ਬੰਦੇ ਨੇ ਸਭ ਕੁਝ ਨਹੀਂ ਕੀਤਾ? ਇਸ ਲਈ ਸਾਨੂੰ ਸ਼ੁਭ ਕਰਮ ਕਰਨੇ ਚਾਹੀਦੇ ਨੇ। ਸਾਡੀ ਮੂਵੀ ਬਣ ਰਹੀ ਹੈ, ਅਸੀਂ ਇਸ ਮੂਵੀ ਦੇ ਸਾਹਮਣੇ, ਇਸ ਕੈਮਰੇ ਦੇ ਸਾਹਮਣੇ ਕੁਝ ਚੰਗਾ ਕਰੀਏ, ਕੁਝ ਉਹ ਚੀਜ਼ਾਂ ਨਾ ਕਰੀਏ ਜਿਨ੍ਹਾਂ ਕਰਕੇ ਸਾਨੂੰ ਦਰਗਾਹ ਦੇ ਅੰਦਰ ਸ਼ਰਮਿੰਦਗੀ ਉਠਾਣੀ ਪਏ ਜਦੋਂ ਸਾਡੀ ਮੂਵੀ ਸਕਰੀਨ ਤੇ ਚੱਲ ਰਹੀ ਹੋਏਗੀ। ਚੋਰ ਕੀ ਹਾਮਾ ਭਰੇ ਨਾ ਕੋਏ, ਗੁਰੂ ਸਾਡੀ ਹਾਮੀ ਭਰ ਸਕਦਾ ਇੱਕ ਸ਼ਰਤ ਤੇ, ਕਿ ਅਸੀਂ ਜੋ ਕੁਛ ਪਿੱਛੇ ਕੀਤਾ ਉਹ ਗੁਰੂ ਦੇ ਕੋਲ ਆ ਕੇ ਸਾਫ਼-ਸਾਫ਼ ਉਹਨੂੰ ਦੱਸੀਏ ਕਿ ਮੈਂ ਆਹ ਔਗਣ ਕੀਤੇ, ਆਹ ਮੈਂ ਗੁਨਾਹ ਕੀਤੇ ਆਪਣੀ ਜ਼ਿੰਦਗੀ ਵਿੱਚ, ਤੇ ਹੁਣ ਮੈਂ ਕੰਨਾਂ ਨੂੰ ਹੱਥ ਲਾਉਣਾ ਕਿ ਇਸ ਤੋਂ ਬਾਅਦ ਮੈਂ ਕਦੇ ਨਹੀਂ ਕਰਾਂਗਾ, ਤੇ ਫਿਰ ਕਰਾਂਗਾ ਵੀ ਨਹੀਂ। ਫਿਰ ਗੁਰੂ ਹਾਮੀ ਭਰੇਗਾ, ਫਿਰ ਗੁਰੂ ਸੱਚ ਬੋਲੇਗਾ, ਦਰਗਾਹ ਦੇ ਵਿੱਚ ਸਾਡੀ ਸਾਖੀ ਭਰੇਗਾ ਕਿ ਇਸ ਬੰਦੇ ਨੇ ਮਾੜਾ ਤੇ ਬਹੁਤ ਕੁਝ ਕੀਤਾ ਸੀ, ਲੇਕਿਨ ਇਸ ਨੇ ਅੱਗੇ ਤੋਂ ਤੌਬਾ ਕੀਤੀ ਏ, ਜੋ ਪਿੱਛੇ ਹੋਇਆ ਉਹ ਇਸ ਨੂੰ ਮਾफ़ ਕਰ ਦਿੱਤਾ ਜਾਏ। ਮਾफ़ੀ ਜ਼ਰੂਰ ਮਿਲੇਗੀ ਗੁਰੂ ਦੇ ਆਖਣ ਨਾਲ, ਪਰ ਸ਼ਰਤ ਉਹ ਹੀ ਰਹਿਣੀ ਏ ਕਿ ਅਸੀਂ ਗੁਰੂ ਕੋਲ ਆ ਕੇ ਆਖੀਏ ਪਿਛਲੇ ਔਗਣ ਬਖਸ਼ ਲੈ, ਸਾਨੂੰ ਪਿਛਲੇ ਗੁਨਾਹਾਂ ਦੀ ਮੁਆਫ਼ੀ ਦੇ ਦੇ, ਪ੍ਰਭ ਆਗੈ ਮਾਰਗ ਪਾਵੈ। ਫਿਰ ਪ੍ਰਭੂ ਪਰਮਾਤਮਾ ਮਿਹਰ ਕਰਕੇ ਸਾਨੂੰ ਸੋਹਣਾ ਜੀਵਨ ਦਾ ਮਾਰਗ ਵਿਖਾ ਦਿੰਦੇ ਨੇ, ਤੇ ਉਹ ਮਾਰਗ ਆਹੋ ਹੀ ਏ, ਹੋਰ ਕਿਤੇ ਬਾਹਰ ਨਹੀਂ ਸੜਕ ਬਣੀ ਹੋਈ। ਇਹੋ ਹੀ ਇਹ ਮਾਰਗ ਜੋ ਗੁਰੂ ਨਾਨਕ ਸਾਨੂੰ ਦਿਖਾ ਰਹੇ ਨੇ, ਭਈ ਚੰਗੇ ਕਰਮ ਕਰੋ, ਮਾੜਿਆਂ ਕਰਮਾਂ ਦਾ ਤਿਆਗ ਕਰੋ। ਜੇ ਮਾੜੇ ਕਰਮ ਕਰੋਗੇ ਤੇ ਮਾੜਾ ਕੀਤਾ ਹੋਇਆ ਉਹਦਾ ਫਲ ਤੁਹਾਨੂੰ ਮਾੜਾ ਹੀ ਮਿਲਣਾ ਹੈ। ਗੁਰੂ ਸਾਹਿਬ ਨੇ ਅਗਲੇ ਬਚਨ ਵਿੱਚ ਸਾਨੂੰ ਇਹ ਗੱਲ ਸਮਝਾਈ ਏ ਕਿ ਤੁਸੀਂ ਜਿੰਨਾ ਮਰਜ਼ੀ ਲੁਕ ਕੇ, ਛਿਪ ਕੇ, ਲੋਕਾਂ ਦੀ ਨਿਗਾਹ ਤੋਂ ਬਚ ਕੇ ਚੋਰੀ ਕਰ ਲਵੋ, ਲੇਕਿਨ ਤੁਸੀਂ ਰੱਬ ਤੋਂ ਨਹੀਂ ਆਪਣੇ ਆਪ ਨੂੰ ਛੁਪਾ ਸਕਦੇ। ਗੁਰੂ ਜੀ ਨੇ ਲਿਖਿਆ, ਹੱਟ ਪਟਨ ਬਿਜ ਮੰਦਰ ਭੰਨੇ, ਵੱਡੇ ਵੱਡੇ ਮਜ਼ਬੂਤ ਕਿਲੇ ਤੂੰ ਤੋੜ ਲਏ, ਹੱਟੀਆਂ ਤੋੜ ਲਈਆਂ, ਬਾਜ਼ਾਰ ਭੰਨ ਲਏ, ਕਰ ਚੋਰੀ ਘਰ ਆਵੇ। ਚੋਰੀ ਕਰਕੇ ਤੂੰ ਆਪਣੇ ਘਰ ਵਿੱਚ ਆਉਣਾ, ਕਿਸੇ ਨੂੰ ਤੂੰ ਪਤਾ ਨਹੀਂ ਲੱਗਣ ਦਿੰਦਾ। ਅੱਗੋਂ ਦੇਖੈ ਪਿੱਛੋਂ ਦੇਖੈ, ਅੱਗੋਂ ਪਿੱਛੋਂ ਪੂਰਾ ਧਿਆਨ ਰੱਖਦਾ ਹੈ ਕਿ ਕੋਈ ਮੈਨੂੰ ਵੇਖਦਾ ਤੇ ਨਹੀਂ। ਪਰ ਗੁਰੂ ਜੀ ਆਖਦੇ, ਤੁਝ ਤੇ ਕਹਾਂ ਛੁਪਾਵੇ, ਤੇਰੇ ਤੋਂ ਕਿਵੇਂ ਇਹ ਬੰਦਾ ਛੁਪਾ ਲਵੇਗਾ? ਤੂੰ ਤੇ ਅੰਦਰ ਕੈਮਰਾ ਫਿੱਟ ਕੀਤਾ ਹੋਇਆ ਹੈ। ਸੋ ਉਸ ਮਾਲਕ ਤੋਂ ਜੀ ਕਦੀ ਕੁਛ ਨਹੀਂ ਛੁਪਾਇਆ ਜਾ ਸਕਣਾ। ਭੂਮੀਏ ਨੂੰ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਸਮਝਾਏ ਸਨ, ਤੇ ਉਹਦੇ ਖਾਨੇ ਗੱਲਾਂ ਪੈ ਗਈਆਂ। ਉਹਨੇ ਤੌਬਾ ਕੀਤੀ ਕਿ ਗੁਰੂ ਜੀ ਇਸ ਤੋਂ ਬਾਅਦ ਮੈਂ ਇਹ ਸਭ ਨਹੀਂ ਕਰਾਂਗਾ, ਮੈਂ ਚੰਗਾ ਇਨਸਾਨ ਬਣਾਂਗਾ, ਮੈਂ ਧਰਮ ਦੀ ਕਿਰਤ ਕਰਾਂਗਾ, ਤੇ ਧਰਮ ਦੀ ਕਿਰਤ ਵਿੱਚੋਂ ਮੈਂ ਆਏ ਗਏ ਦੀ ਸੇਵਾ ਕਰਾਂਗਾ। ਜਦੋਂ ਰਾਜੇ ਕੋਲ ਪਹੁੰਚਿਆ ਸੀ, ਰਾਜੇ ਨਾਲ ਗੱਲਬਾਤ ਹੋਈ ਸੀ, ਤੇ ਉਸਨੇ ਆਖਿਆ ਸੀ, ਰਾਜਨ ਜੇ ਤੂੰ ਠੀਕ ਸਮਝੇ ਤੇ ਆਪਣੇ ਨਗਰ ਵਿੱਚ ਇੱਕ ਧਰਮਸ਼ਾਲਾ ਬਣਵਾ, ਉੱਥੇ ਸਵੇਰੇ ਸ਼ਾਮ ਆਪਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹਿਆ ਕਰਾਂਗੇ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਚੰਗੀ ਸੇਧ ਮਿਲਦੀ ਏ, ਜਿਸ ਦੇ ਨਾਲ ਅਸੀਂ ਚੰਗਾ ਜੀਵਨ ਬਣਾ ਸਕਦੇ ਹਾਂ, ਜਿਸ ਦੇ ਨਾਲ ਅਸੀਂ ਆਪਣੀ ਟੁੱਟੀ ਹੋਈ ਸੁਰਤ ਨੂੰ ਪਰਮਾਤਮਾ ਨਾਲ ਜੋੜ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਬਚਨ ਕਰਕੇ ਉਹਦੇ ਨਾਲ, ਭੂਮੀਏ ਦੇ ਨਾਲ ਸਤਿਗੁਰੂ ਜੀ ਉੱਥੋਂ ਅੱਗੇ ਚਲੇ ਗਏ ਸਨ। ਅੱਗੇ ਕਿੱਥੇ ਗਏ? ਢਾਕੇ ਤੋਂ ਅੱਗੇ ਤੁਰੇ ਜਾਂਦੇ ਸਨ, ਤੇ ਉੱਥੇ ਨਾ ਭਾਈ ਸਾਹਿਬ ਨੇ ਉਸ ਦੇਸ਼ ਦਾ ਨਾਂ ਆਸਾ ਦੇਸ਼ ਲਿਖਿਆ ਹੋਇਆ ਹੈ, ਤੇ ਥੱਲੇ ਉਹਨਾਂ ਨੇ ਇੱਕ ਛੋਟੀ ਜਿਹੀ ਟੂਕ ਦਿੱਤੀ ਏ
ਉਹ ਕਹਿੰਦੇ ਨੇ ਮੈਨੂੰ ਲੱਗਦਾ ਹੈ ਕਿ ਆਸਾ ਦੇਸ਼ ਪੁਰਾਣੇ ਸਮੇਂ ਵਿੱਚ ਆਸਾਮ ਨੂੰ ਹੀ ਕਹਿੰਦੇ ਹੋਣਗੇ, ਕਿਉਂਕਿ ਪੁਰਾਣੇ ਸਮੇਂ ਵਿੱਚ ਹਿੰਦੁਸਤਾਨ ਇਸ ਤਰ੍ਹਾਂ ਦਾ ਨਹੀਂ ਜਿਹੋ ਜਿਹਾ ਹੁਣ ਆਪਾਂ ਨੂੰ ਨਜ਼ਰ ਆਉਂਦਾ ਹੈ ਜਾਂ ਨਕਸ਼ੇ 'ਤੇ ਹੋਣੇ। ਇਹ ਛੋਟੇ ਛੋਟੇ ਬਹੁਤ ਦੇਸ਼ਾਂ ਵਿੱਚ ਵੰਡੀ ਹੋਈ ਇਹ ਧਰਤੀ ਸੀ। ਜਿਵੇਂ ਦੇਸ਼ ਪੰਜਾਬ ਸੀ, ਇਸ ਤਰ੍ਹਾਂ ਇਹ ਆਸਾ ਦੇਸ਼ ਸੀ। ਬਾਅਦ ਵਿੱਚ ਹੁਣ ਇਹ ਆਸਾਮ ਬਣਿਆ ਉਹਨਾਂ ਦੇ ਕਹਿਣ ਮੁਤਾਬਕ। ਇੱਥੇ ਜੰਗਲ ਦੇ ਵਿੱਚੋਂ ਗੁਰੂ ਜੀ ਗੁਜ਼ਰ ਰਹੇ ਨੇ ਭਾਈ ਸਾਹਿਬ ਮਰਦਾਨਾ ਜੀ ਦੇ ਨਾਲ, ਤੇ ਉੱਥੇ ਸਾਖੀਕਾਰ ਲਿਖਦੇ ਨੇ ਗੁਰੂ ਜੀ ਨੂੰ ਕਲਯੁੱਗ ਮਿਲਿਆ। ਕਲਯੁੱਗ ਕਿਵੇਂ ਮਿਲਿਆ? ਸਾਖੀਕਾਰਾਂ ਨੇ ਆਪਣੇ ਢੰਗ ਨਾਲ ਲਿਖਿਆ, ਕੁਝ ਵਿਦਵਾਨ ਸੱਜਣਾ ਨੇ ਆਪਣੇ ਢੰਗ ਨਾਲ ਉਹਦੀ ਵਿਆਖਿਆ ਕੀਤੀ ਏ। ਆਪਾਂ ਉਹਨੂੰ ਥੋੜ੍ਹਾ ਗੁਰਬਾਣੀ ਨਾਲ ਮਿਲਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਲਯੁੱਗ ਉੱਥੇ ਜਦੋਂ ਜੰਗਲ ਵਿੱਚੋਂ ਗੁਜ਼ਰਦੇ ਨੇ ਤੇ ਇੱਕ ਬਹੁਤ ਵੱਡੀ ਹਨੇਰੀ ਤੂਫਾਨ ਚੜ੍ਹ ਕੇ ਆਇਆ। ਭਾਈ ਮਰਦਾਨਾ ਜੀ ਆਖਦੇ ਨੇ ਗੁਰੂ ਜੀ ਬਹੁਤ ਵੱਡਾ ਤੂਫਾਨ ਆ ਰਿਹਾ ਹੈ, ਆਪਾਂ ਨੂੰ ਕਿਤੇ ਰੁੱਖ ਦੇ ਨਾਲ ਕਿਤੇ ਉਹਨੂੰ ਫੜ ਕੇ ਬਹਿ ਜਾਣਾ ਚਾਹੀਦਾ, ਕਿਤੇ ਸਾਨੂੰ ਉਡਾ ਕੇ ਨਾ ਲੈ ਜਾਏ। ਗੁਰੂ ਜੀ ਕਹਿੰਦੇ ਮਰਦਾਨਾ, ਆਪਾਂ ਨੂੰ ਪਰਮੇਸ਼ਵਰ ਉੱਤੇ ਯਕੀਨ ਰੱਖਣਾ ਚਾਹੀਦਾ ਹੈ। ਇਹ ਜਿਹੜਾ ਤੂਫਾਨ ਆ ਰਿਹਾ ਹੈ ਵੀ ਉਹਦੇ ਹੁਕਮ ਵਿੱਚ ਆ ਰਿਹਾ ਹੈ। ਜੇ ਸਾਨੂੰ ਇਹਨੇ ਉਡਾ ਕੇ ਕਿਤੇ ਲਿਜਾਣਾ ਹੋਏਗਾ ਤੇ ਲੈ ਜਾਏ, ਕੋਈ ਫਰਕ ਨਹੀਂ ਪੈਣ ਵਾਲਾ। ਆਪਾਂ ਕਿਹੜਾ ਵੀ ਅੱਗੇ ਕਿਤੇ ਨਾਨਕੇ ਤੁਰੇ ਜਾਂਦੇ ਹਾਂ, ਜਿੱਧਰ ਲੈ ਜਾਏਗਾ ਲੈ ਜਾਏਗਾ। ਥੋੜ੍ਹੀ ਦੇਰ ਨੂੰ ਉਹ ਤੂਫਾਨ ਤੇ ਬੰਦ ਹੋ ਗਿਆ। ਉਹ ਜੰਗਲ ਵਿੱਚ ਮਾਨੋ ਇੱਕ ਵੱਡੀ ਅੱਗ ਲੱਗੀ ਹੋਈ ਹੈ। 4 ਚੁਫੇਰਿਓਂ ਅੱਗ ਨੇ ਸਾਰੇ ਜੰਗਲ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੋਇਆ। ਉਹ ਸਮਾਂ ਵੀ ਨਿਕਲ ਗਿਆ। ਫਿਰ ਉੱਤੋਂ ਬਹੁਤ ਵੱਡੀ ਬਰਸਾਤ, ਔਲੇ ਗੜੇ ਪੈਣੇ ਸ਼ੁਰੂ ਹੋਏ, ਬੱਦਲ ਗਰਜੇ। ਭਾਈ ਮਰਦਾਨਾ ਜੀ ਹਰ ਵਕਤ ਇਸ ਤਰ੍ਹਾਂ ਸੋਚਦੇ ਨੇ ਕੀ ਹੋ ਰਿਹਾ ਹੈ। ਗੁਰੂ ਸਾਹਿਬ ਆਖਦੇ ਨੇ ਭਾਈ ਜੀ ਕੁਛ ਨਹੀਂ ਹੁੰਦਾ, ਆਪਾਂ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਹੈ। ਇੱਕ ਵਕਤ ਆਇਆ, ਸਾਖੀਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਲਯੁੱਗ ਪ੍ਰਗਟ ਹੋਇਆ। ਜਦੋਂ ਕਲਯੁੱਗ ਪ੍ਰਗਟ ਹੋਇਆ, ਵੈਸੇ ਜੇ ਤੁਸੀਂ ਥੋੜ੍ਹਾ ਬਹੁਤਾ ਇਤਿਹਾਸ ਪੜ੍ਹਿਆ ਹੋਵੇ ਤੇ ਜਿੰਨੇ ਮਹਾਂਪੁਰਸ਼ ਨੇ ਜਦੋਂ ਬੰਦਗੀ ਕਰਦੇ ਕਰਦੇ ਪਰਮਾਤਮਾ ਦੇ ਨਾਲ ਉਹਨਾਂ ਦੀ ਰਸਾਈ ਹੋਣ ਦਾ ਵਕਤ ਆਉਂਦਾ ਹੈ, ਉਸ ਤੋਂ ਪਹਿਲਾਂ ਬਹੁਤ ਵੱਡੀ ਮਾਇਆ ਉਹਨਾਂ ਨੂੰ ਆ ਕੇ ਉਹਨਾਂ ਦੇ ਰਸਤੇ ਤੋਂ ਥਿੜਕਾ ਦੇਣਾ ਚਾਹੁੰਦੀ ਹੁੰਦੀ ਹੈ। ਉਹ ਮਾਇਆ ਬਹੁਤ ਰੂਪ ਧਾਰਨ ਕਰਕੇ ਆਉਂਦੀ ਹੈ ਤੇ ਉਹਨਾਂ ਨੂੰ, ਉਹਨਾਂ ਦੇ ਮਨ ਨੂੰ ਡੁਲਾਉਣ ਦਾ ਯਤਨ ਕਰਦੀ ਹੈ। ਇਹ ਕਲਯੁੱਗ ਦਾ ਵਰਤਾਰਾ ਹੈ, ਇਸ ਤਰ੍ਹਾਂ ਹੀ ਵਰਤਦਾ ਹੈ। ਤੁਹਾਡੇ 'ਚੋਂ ਕੋਈ ਜਣਾ ਭਗਤੀ ਕਰੇ, ਤੁਸੀਂ ਪਹਿਲੇ ਦਿਨ ਬੈਠ ਕੇ ਵੇਖੋ ਮਨ ਵਿੱਚ ਕਿਹੋ ਜਿਹੇ ਵਿਚਾਰ ਸ਼ੁਰੂ ਹੁੰਦੇ ਨੇ। ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ। ਇਹ ਸਾਨੂੰ ਉੱਧਰ ਜੁੜਨ ਨਹੀਂ ਦੇ ਰਿਹਾ। ਇਹ ਕਲਯੁੱਗ ਦਾ, ਇਹ ਚੱਲ ਰਹੇ ਸਮੇਂ ਦਾ, ਇਸ ਮਾਇਆ ਦਾ ਪ੍ਰਭਾਵ ਹੀ ਕੁਛ ਐਸਾ ਹੈ। ਇਸ ਨੂੰ ਅਸੀਂ ਮੋਹ ਮਮਤਾ ਆਖ ਲੈਂਦੇ ਹੁੰਦੇ ਹਾਂ। ਇਹਦਾ ਕੁਝ ਪ੍ਰਭਾਵ ਹੀ ਇਹੋ ਜਿਹਾ, ਇਹ ਸੱਚਮੁੱਚ ਹੀ ਰੱਬ ਨਾਲ ਸਾਨੂੰ ਜੁੜਨ ਨਹੀਂ ਦਿੰਦਾ। ਇਹ ਮਾਇਆ ਅਮਰ ਵਰਤਾਇਆ ਵਾਲੀ ਗੱਲ, ਇਹਦਾ ਹੁਕਮ ਚੱਲ ਰਿਹਾ ਸਾਡੇ ਉੱਤੇ। ਇਹ ਸਾਨੂੰ ਆਪਣੇ ਬੱਚੇ ਬਣਾ ਕੇ ਰੱਖਣਾ ਚਾਹੁੰਦੀ ਏ, ਆਪਣੇ ਚੁੰਗਲ ਵਿੱਚੋਂ ਸਾਨੂੰ ਨਿਕਲਣ ਨਹੀਂ ਦੇਣਾ ਚਾਹੁੰਦੀ। ਉਹ ਕਲਯੁੱਗ ਆਇਆ। ਗੁਰੂ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ, ਇੰਨਾ ਕੁਝ ਤੂੰ ਸਾਨੂੰ ਵਿਖਾਇਆ, ਇਹ ਸਭ ਕੀ ਸੀ? ਉਹ ਆਖਣ ਲੱਗਾ ਜੀ ਇਹ ਮੇਰਾ ਪ੍ਰਭਾਵ ਹੈ ਜੋ ਮੈਂ ਮਨੁੱਖਤਾ 'ਤੇ ਪਾਉਂਦਾ ਹਾਂ। ਗੁਰੂ ਸਾਹਿਬ ਨੇ ਪੁੱਛਿਆ ਇਹ ਕਿਹੋ ਜਿਹਾ ਤੇਰਾ ਪ੍ਰਭਾਵ ਹੈ? ਉਹ ਆਖਣ ਲੱਗੇ ਹਨੇਰੀ, ਤੂਫਾਨ, ਅੱਗ, ਅੰਗਾਰੇ ਸਭ ਇਸ ਤਰ੍ਹਾਂ ਨਹੀਂ ਮੈਂ ਦਿਖਾਉਂਦਾ। ਮੈਂ ਅੰਦਰੋਂ ਵਿਕਾਰਾਂ ਦੇ ਤੂਫਾਨ ਲਿਆਉਂਦਾ ਹਾਂ ਮਨੁੱਖ ਦੇ ਅੰਦਰ। ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜਨਾ ਚਾਹੁੰਦਾ ਹੈ, ਉਹਦੇ ਅੰਦਰ ਵਿਕਾਰਾਂ ਦੇ ਤੂਫਾਨ ਉੱਠਦੇ ਨੇ। ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਏ, ਉਹਦੇ ਅੰਦਰ ਸਹਿਮ ਪੈਦਾ ਹੁੰਦਾ ਹੈ, ਉਹਦੇ ਅੰਦਰ ਉਦਾਸੀ ਪੈਦਾ ਹੁੰਦੀ ਹੈ ਕਿ ਲੋਕ ਕੀ ਕਰ ਰਹੇ ਨੇ ਤੇ ਮੈਂ ਕੀ ਕਰ ਰਿਹਾ। ਲੋਕ ਮਾਇਆ ਇਕੱਠੀ ਕਰਦੇ ਨੇ, ਮੈਂ ਬੈਠ ਕੇ ਭਜਨ ਵਿੱਚ ਆਪਣਾ ਮਨ ਜੋੜਨ ਦੀ ਕੋਸ਼ਿਸ਼ ਕਰਦਾ। ਇਹ ਸਭ ਕੁਛ ਉਸ ਕਲਯੁੱਗ ਨੇ ਦੱਸਿਆ ਕਿ ਇਹ ਮੇਰਾ ਵਰਤਾਰਾ ਹੈ। ਗੁਰੂ ਸਾਹਿਬ ਨੇ ਪੁੱਛਿਆ ਫਿਰ ਸਾਡੇ ਕੋਲ ਤੂੰ ਕਿਵੇਂ ਆਇਆ ਹੈ?
ਆਖਣ ਲੱਗਾ ਜੀ ਤੁਹਾਨੂੰ ਪਰਮੇਸ਼ਵਰ ਨੇ ਇਸ ਯੁੱਗ ਦਾ ਅਵਤਾਰ ਬਣਾ ਕੇ, ਇਸ ਯੁੱਗ ਦਾ ਰਹਿਬਰ ਬਣਾ ਕੇ, ਲੋਕਾਂ ਨੂੰ ਸਹੀ ਮਾਰਗ ਵਿਖਾਉਣ ਵਾਲਾ ਬਣਾ ਕੇ ਭੇਜਿਆ ਹੈ। ਇਸ ਸਮੇਂ ਦੇ ਤੁਸੀਂ ਪਰਮਾਤਮਾ ਦੇ ਮਾਨੋ ਵਜ਼ੀਰ ਹੋ ਤੇ ਮੈਂ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ। ਗੁਰੂ ਜੀ ਆਖਣ ਲੱਗੇ ਸਾਡੀ ਸੇਵਾ ਕੀ ਕਰਨੀ ਹੈ ਤੂੰ? ਆਖਣ ਲੱਗਾ ਜੀ ਜੋ ਮੁਖ ਤੋਂ ਬਚਨ ਕਰੋ ਉਹ ਹੀ ਹੋ ਜਾਏਗਾ। ਤੁਸੀਂ ਸੋਹਣੇ ਮੰਦਰ ਚਾਹੋ ਮੰਦਰ ਬਣਾ ਦੇਣਾ। ਤੇ ਗੁਰੂ ਸਾਹਿਬ ਨੇ ਨਾ ਇੱਕ ਬਚਨ ਆਖਿਆ, ਉਹ ਨਾ ਸ੍ਰੀ ਰਾਗ ਦੇ ਅੰਦਰ ਮੌਜੂਦ ਹੈ, ਪੰਨਾ ਨੰਬਰ 14 ਤੇ ਉਹਦੀਆਂ ਪਹਿਲਾ ਬੰਦ ਮੈਂ ਲਿਆ ਹੈ। ਤੁਸੀਂ ਇਹ ਸਾਰਾ ਸ਼ਬਦ ਪੜ੍ਹ ਕੇ ਵੇਖਣਾ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਕਹਿੰਦੇ ਨੇ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨ ਆਵੈ ਨਾ। ਮਤੇ ਇਹ ਸਭ ਕੁਝ ਰਿੱਧੀਆਂ ਸਿੱਧੀਆਂ ਮੇਰੇ ਕੋਲ ਆ ਜਾਣ, ਇਹ ਸੰਸਾਰਿਕ ਐਸ਼ੋ ਇਸ਼ਰਤ ਮੇਰੇ ਕੋਲ ਆ ਜਾਏ, ਇਹ ਸੰਸਾਰਿਕ ਮਹਿਲ ਮਾੜੀਆਂ ਮੇਰੇ ਕੋਲ ਆ ਜਾਣ, ਇਹ ਰਾਜ ਭਾਗ ਦਾ ਮੈਂ ਮਾਲਕ ਬਣ ਜਾਵਾਂ, ਮੈਂ ਰਿੱਧੀਆਂ ਸਿੱਧੀਆਂ ਪਾ ਕੇ ਆਕਾਸ਼ ਵਿੱਚ ਉੱਡ ਜਾਵਾਂ, ਮੈਂ ਗੁਪਤ ਹੋ ਜਾਵਾਂ, ਇਹ ਸਭ ਕੁਝ ਹੋ ਜਾਏ। ਮਤ ਦੇਖ ਭੂਲਾਂ ਵਿਸਰੈ। ਮਤੇ ਇਹ ਸਭ ਕੁਝ ਵੇਖ ਕੇ ਮੈਂ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਬੈਠਾ, ਚਿੱਤ ਨਾ ਆਵੈ ਨਾਉ। ਕਿਤੇ ਮੈਨੂੰ ਉਸ ਮਾਲਕ ਦਾ ਨਾਮ ਹੀ ਨਾ ਭੁੱਲ ਜਾਏ, ਉਹ ਮੇਰੇ ਚਿੱਤ ਵਿੱਚ ਹੀ ਨਾ ਕਿਤੇ ਆਵੇ। ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ। ਜੇ ਤੂੰ ਮੋਤੀਆਂ ਦੇ ਮੰਦਰ ਵੀ ਮੇਰੇ ਲਈ ਉਸਾਰ ਦੇਵੇਂ, ਉਹਨਾਂ ਉੱਤੇ ਰਤਨਾਂ ਦੀ ਜੜਤ ਹੋਈ ਹੋਵੇ। ਕਸਤੂਰ, ਕੁੰਗੂ, ਅਗਰ, ਚੰਦਨ, ਇਹ 4 ਚੀਜ਼ਾਂ ਨੇ ਜੀ ਬੜੀਆਂ ਸੁਗੰਧੀ ਵਾਲੀਆਂ ਨੇ। ਕਸਤੂਰੀ, ਕੁੰਗੂ, ਚੰਦਨ ਤੇ ਅਗਰ ਇੱਕ ਲੱਕੜੀ ਹੁੰਦੀ ਹੈ ਊਦ ਦੀ ਲੱਕੜੀ, ਉਹ ਵੀ ਸੁਗੰਧੀ ਦਿੰਦੀ ਹੈ। ਜੇ ਇਹਨਾਂ ਸਾਰੀਆਂ ਨੂੰ ਰਗੜ ਕੇ ਇਹਨਾਂ ਮੰਦਰਾਂ ਨੂੰ ਲਿਪ ਦਿੱਤਾ ਜਾਏ ਜਿਨ੍ਹਾਂ ਵਿੱਚੋਂ ਅਨੇਕ ਭਾਂਤ ਦੀਆਂ ਸੁਗੰਧੀਆਂ ਆ ਰਹੀਆਂ ਹੋਣ। ਮਤ ਦੇਖ ਭੂਲਾਂ ਵਿਸਰੈ। ਮਤੇ ਇਹਨਾਂ ਮੰਦਰਾਂ ਮਹਿਲ ਮਾੜੀਆਂ ਨੂੰ ਵੇਖ ਕੇ ਮੈਂ ਭੁੱਲ ਹੀ ਜਾਵਾਂ ਤੇ ਮੈਨੂੰ ਪਰਮੇਸ਼ਵਰ ਦਾ ਨਾਮ ਚਿੱਤ ਵਿੱਚ ਹੀ ਨਾ ਆਵੇ। ਇਸ ਲਈ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ। ਕਲਯੁਗ ਦੇ ਨਾਲ ਬਹੁਤ ਸਾਰੇ ਬਚਨ ਹੋਏ ਸਾਖੀਕਾਰ ਨੇ ਲਿਖੇ ਨੇ, ਪਰ ਆਪਾਂ ਨਾ ਥੋੜ੍ਹਾ ਜਿਹਾ ਯੁੱਗਾਂ ਬਾਰੇ ਸਮਝਦੇ ਹਾਂ ਕਿ ਯੁੱਗ ਕੀ ਹੁੰਦੇ ਨੇ। ਸੱਚੀ ਮੁੱਚੀ ਇਹ ਕੋਈ ਸਰੀਰ ਧਾਰੀ ਚੀਜ਼ਾਂ ਨੇ ਕਿ ਜਾਂ ਕੁਝ ਹੋਰ ਹੈ। ਆਓ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੁਆਰਾ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵੈਸੇ ਕਲ ਦੇ ਅਰਥ ਜਿਹੜੇ ਹੁੰਦੇ ਨੇ ਇਹ ਕਲਾ ਕਲੇਸ਼ ਹੁੰਦੇ ਨੇ, ਝਗੜਾ ਹੁੰਦੇ ਨੇ, ਉਪੱਦਰ ਹੁੰਦੇ ਨੇ, ਵਿਕਾਰ ਹੁੰਦੇ ਨੇ। ਭਾਵੇਂ ਅੱਜ ਕੱਲ੍ਹ ਦੇ ਕੁਝ ਲੋਕਾਂ ਨੇ ਕਲ ਦੇ ਅਰਥ ਕਲਾ ਦਾ ਯੁੱਗ ਵੀ ਕਰ ਲਿਆ ਕਿ ਆ ਸਭ ਕਲਾ ਹੈ, ਕਿ ਇੱਥੇ ਬੈਠੇ ਅਸੀਂ ਇੰਡੀਆ ਜਾਂ ਦੁਨੀਆ ਦੇ ਕੋਨੇ-ਕੋਨੇ ਤੇ ਕਿਤੇ ਵੀ ਗੱਲ ਕਰ ਸਕਦੇ ਹਾਂ। ਇਹ ਇੱਕ ਕਲਾ ਹੈ, ਇਹ ਕਲਾ ਦਾ ਯੁੱਗ ਹੈ। ਲੇਕਿਨ ਪੁਰਾਤਨ ਗ੍ਰੰਥ ਇਹਨੂੰ ਕਲਾ ਦਾ ਯੁੱਗ ਨਹੀਂ ਕਹਿੰਦੇ, ਕਲਾ ਦਾ ਯੁੱਗ ਕਹਿੰਦੇ ਨੇ, ਕਲੇਸ਼ ਦਾ ਯੁੱਗ ਕਹਿੰਦੇ ਨੇ। ਇਹ ਸਾਡੇ ਅੰਦਰ ਕਿੰਨੇ ਕਲੇਸ਼ ਪੈਦਾ ਹੁੰਦੇ ਨੇ। ਅਸੀਂ ਗੁਰੂ ਕੀ ਬਾਣੀ ਵਿੱਚੋਂ ਸਮਝਣ ਦਾ ਯਤਨ ਕਰਦੇ ਹਾਂ ਕਿ ਪੁਰਾਣੇ ਸਮੇਂ 'ਚ ਕਿਉਂਕਿ 4 ਯੁੱਗ ਮੰਨੇ ਜਾਂਦੇ ਨੇ, ਪਿਛਲਿਆਂ ਯੁੱਗਾਂ ਦਾ ਵਰਤਾਰਾ ਕੀ ਸੀ, ਉਹਨਾਂ ਤੋਂ ਸਮਝ ਆ ਜਾਏਗੀ ਕਿ ਕਲਯੁੱਗ ਦੇ ਸਹੀ ਅਰਥ ਕੀ ਨੇ। ਆਓ ਇੱਕ ਇੱਕ ਕਰਕੇ ਵੇਖਦੇ ਹਾਂ। ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਕਿਉਂਕਿ 4 ਯੁੱਗ ਮੰਨੇ ਨੇ ਵੇਦਾਂ ਸ਼ਾਸਤਰਾਂ ਨੇ, ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਸਤਿਯੁਗ ਰਥ ਜਿਹੜਾ ਨਾ ਜੀ ਇੱਕ ਕਾਠ ਉਪਨਿਸ਼ਦ ਹੈ, ਉਹਦੇ ਵਿੱਚ ਜਿਹੜਾ ਸਾਡਾ ਸਰੀਰ ਇਸ ਨੂੰ ਰਥ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਮਾਨੋ ਇਹ ਇੱਕ ਰਥ ਹੈ, ਇਹਦਾ ਰਥਵਾਈ ਆਤਮਾ ਹੈ, ਇਹਨੂੰ ਚਲਾ ਰਿਹਾ। ਜੇ ਵਿੱਚੋਂ ਆਤਮਾ ਕੱਢ ਦੋ ਤੇ ਰਥ ਵਿਣਸ ਜਾਂਦਾ ਹੈ। ਸਤਿਯੁਗ ਰਥ ਸੰਤੋਖ ਕਾ, ਇਹ ਸਰੀਰ ਰੂਪੀ ਜਿਹੜਾ ਰਥ ਹੈ ਸਤਿਯੁਗ ਦੇ ਅੰਦਰ ਕਿਹੋ ਜਿਹਾ ਸੀ? ਇਹ ਸੰਤੋਖ ਦਾ ਸੀ। ਯਾਨੀ ਹਰ ਮਨੁੱਖ ਸੰਤੋਖੀ ਹੁੰਦਾ ਸੀ, ਉਹਦੇ 'ਚ ਸਬਰ ਹੁੰਦਾ ਸੀ, ਸਿਦਕ ਹੁੰਦਾ ਸੀ, ਹੌਸਲਾ ਹੁੰਦਾ ਸੀ, ਫੜ ਲਓ ਮਾਰ ਲਓ ਅੱਜ ਵਾਲੀ ਨਹੀਂ ਸੀ ਹੁੰਦੀ। ਧਰਮ ਅੱਗੇ ਰਥਵਾ, ਰਥਵਾ ਦਾ ਮਤਲਬ ਹੁੰਦਾ ਰਥ ਨੂੰ ਚਲਾਉਣ ਵਾਲਾ। ਰਥ ਨੂੰ ਚਲਾਉਣ ਵਾਲਾ ਸੀ ਧਰਮ। ਤੇ ਗੁਰਬਾਣੀ ਵਿੱਚ ਲਿਖਿਆ ਉਹ ਜਿਹੜਾ ਸਤਿਯੁਗ ਸੀ
ਉਸ ਯੁੱਗ ਦੇ ਅੰਦਰ ਧਰਮ ਦੇ 4 ਪੈਰ ਹੁੰਦੇ ਸਨ, ਯਾਨੀ 100% ਧਰਮ ਹੀ ਸੀ। ਧਰਮ ਹੀ ਸਾਡੇ ਜੀਵਨ ਨੂੰ ਅੱਗੇ ਤੋਰਦਾ ਸੀ। ਤੇ ਜਿਹੜੇ ਲੋਕ ਸੰਤੋਖੀ ਹੁੰਦੇ ਨੇ ਉਹ ਸਹਿ ਸੁਭਾਏ ਧਰਮੀ ਹੁੰਦੇ ਨੇ। ਇਹਨਾਂ ਦੋਵਾਂ ਧਰਮ ਦਾ ਤੇ ਸੰਤੋਖ ਦਾ ਆਪਸ ਵਿੱਚ ਬੜਾ ਹੀ ਗੂੜਾ ਰਿਸ਼ਤਾ ਹੈ। ਜਿਸ ਮਨੁੱਖ ਕੋਲ ਸੰਤੋਖ ਨਾ ਹੋਵੇ ਉਹਦੇ ਕੋਲ ਧਰਮ ਵੀ ਨਹੀਂ ਹੋ ਸਕਦਾ, ਤੇ ਜਿਹੜੇ ਮਨੁੱਖ ਕੋਲ ਧਰਮ ਹੈ ਉਹ ਸੰਤੋਖ ਤੋਂ ਬਿਨਾਂ ਨਹੀਂ ਰਹਿ ਸਕਦਾ। ਸੰਤੋਖ ਤੇ ਧਰਮ ਇਹ 2 ਚੀਜ਼ਾਂ ਸਨ ਤੇ 100% ਸਨ ਲੋਕਾਂ ਦੇ ਵਿੱਚ। ਉਸ ਯੁੱਗ ਨੂੰ ਸਤਯੁਗ ਆਖਿਆ ਗਿਆ। ਉਦੋਂ ਕੋਈ ਸਤਯੁਗ ਕੋਈ ਇਨਸਾਨ, ਕੋਈ ਆਦਮੀ ਦੇ ਰੂਪ ਵਿੱਚ ਨਹੀਂ ਸੀ, ਸਗੋਂ ਇੱਕ ਵਕਤ ਸੀ ਜਦੋਂ ਮਨੁੱਖਤਾ ਦਾ ਸੁਭਾਅ ਇਸ ਤਰ੍ਹਾਂ ਦਾ ਸੀ। ਤੇ ਜਦੋਂ ਮਨੁੱਖਤਾ ਦਾ ਸੁਭਾਅ ਸੰਤੋਖ ਵਾਲਾ ਹੋਵੇ, ਉਹਨਾਂ ਨੂੰ ਚਲਾਉਣ ਵਾਲਾ ਧਰਮ ਹੋਵੇ, ਇਹੋ ਜਿਹੇ ਵਕਤ ਨੂੰ ਗੁਰੂ ਨਾਨਕ ਸਾਹਿਬ ਨੇ ਸਤਯੁਗ ਮੰਨ ਲਿਆ ਕਿ ਇਹੋ ਅੱਜ ਇੱਥੇ ਵੀ ਆਪਾਂ ਹੁਣ ਬੈਠੇ ਹਾਂ, ਆਪਾਂ ਸਤਯੁਗ ਵਿੱਚ ਬੈਠੇ ਹਾਂ। ਬਾਹਰ ਜਾਓਗੇ ਆਪਾਂ ਕਲਯੁਗ ਵਿੱਚ ਚਲੇ ਜਾਣਾ। ਇੱਥੇ ਸਾਡੇ ਮਨ ਟਿਕਦੇ ਨੇ, ਮਨ ਸ਼ਾਂਤ ਰਹਿੰਦੇ ਨੇ, ਭਟਕਣਾ ਮੁੱਕ ਜਾਂਦੀ ਏ। ਇੱਥੇ ਕਿਸੇ ਤਰ੍ਹਾਂ ਦਾ ਕੋਈ ਉਪੱਦਰ ਨਹੀਂ ਹੈ, ਲੇਕਿਨ ਬਾਹਰ ਇਹ ਸਭ ਕੁਝ ਮਿਲੇਗਾ ਸਾਨੂੰ। ਫਿਰ ਅਸੀਂ ਕੀ ਆਖੀਏ? ਮਨੁੱਖਤਾ ਦਾ ਸੁਭਾਅ ਹੀ ਹੈ ਨਾ। ਇੱਥੇ ਆਏ ਸੁਭਾਅ ਇੱਕ ਵੱਖਰੀ ਕਿਸਮ ਦਾ ਬਣ ਗਿਆ। ਅਸੀਂ ਸਭਨਾਂ ਨੂੰ ਹੱਥ ਜੋੜ ਕੇ ਮਿਲਦੇ ਹਾਂ, ਪਿਆਰ ਨਾਲ ਫਤਿਹ ਸਾਂਝੀ ਕਰਦੇ ਹਾਂ, ਰਾਮ ਸਤ ਆਖਦੇ ਹਾਂ, ਸਭ ਨੂੰ ਲੰਗਰ ਪਾਣੀ ਪੁੱਛਦੇ ਹਾਂ, ਸੇਵਾ ਪੁੱਛਦੇ ਹਾਂ। ਇਹ ਸਭ ਕੁਝ ਆਪਾਂ ਬਾਹਰ ਤੇ ਨਹੀਂ ਕਰਦੇ। ਬਾਹਰ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਆਪਾਂ ਤਿਆਰ ਹੁੰਨੇ ਆ। ਸੋ ਇਹ ਸਾਡਾ ਮਨੁੱਖਤਾ ਦਾ ਸੁਭਾਅ ਹੈ। ਜਦੋਂ ਇਸ ਤਰ੍ਹਾਂ ਦਾ ਸੁਭਾਅ ਹੋਵੇ ਤੇ ਸਤਯੁਗ ਵਰਤ ਰਿਹਾ ਹੁੰਦਾ ਹੈ। ਅੱਜ ਵੀ ਕਈ ਵਾਰੀ ਵੇਖਿਆ ਕਿ ਕਈ ਪਰਿਵਾਰ ਨਾ ਇੰਨੇ ਚੰਗੇ ਹੁੰਦੇ ਨੇ, ਉਹ ਸਾਰਾ ਪਰਿਵਾਰ ਹੀ ਸੱਚੀ ਮੁੱਚੀ ਸੰਤੋਖੀ ਹੁੰਦਾ ਹੈ, ਸੱਚੀ ਮੁੱਚੀ ਧਰਮ ਦੇ ਰਾਹ ਤੇ ਚੱਲਣ ਵਾਲੇ ਲੋਕ ਹੁੰਦੇ ਨੇ। ਤੇ ਜਦੋਂ ਕੋਈ ਉਹਨਾਂ ਨੂੰ ਲੋਕ ਮਿਲਦੇ ਨੇ, ਸਿਆਣੇ ਲੋਕ ਕਹਿੰਦੇ ਨੇ ਇਹਨਾਂ ਦੇ ਘਰ ਵਿੱਚ ਤਾਂ ਸਤਯੁਗ ਵਰਤਦਾ ਹੈ। ਤੇ ਜੇ ਕਿਸੇ ਦੇ ਘਰ ਵਿੱਚ ਕਲਾ ਕਲੇਸ਼ ਹੋਵੇ, ਲੜਾਈ ਹੋਵੇ, ਉਪੱਦਰ ਹੋਵੇ, ਤੇ ਸਿਆਣੇ ਕਹਿੰਦੇ ਨੇ ਇਹਨਾਂ ਦੇ ਘਰ ਤੇ ਕਲਯੁਗ ਵਰਤਦਾ। ਸੋ ਇਹ ਕੀ ਹੋ ਗਿਆ? ਮਨੁੱਖਤਾ ਦੇ ਸੁਭਾਅ ਨੂੰ ਨਾਂ ਦਿੱਤੇ ਗਏ ਨੇ। ਅੱਗੇ ਅਸੀਂ ਸਮਝਦੇ ਹਾਂ ਤ੍ਰੇਤਾ ਯੁੱਗ ਆਇਆ, ਉਹਦੇ ਵਿੱਚ ਕੀ ਹੋਇਆ, ਮਨੁੱਖਤਾ ਦੇ ਸੁਭਾਅ ਕਿਵੇਂ ਤਬਦੀਲ ਹੋਏ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾ। ਇਹ ਭਾਵੇਂ ਸ਼੍ਰੀ ਰਾਮਚੰਦਰ ਜੀ ਦਾ ਸਮਾਂ ਹੈ ਤ੍ਰੇਤਾ ਯੁੱਗ ਵਾਲਾ। ਇਸ ਸਮੇਂ ਵਿੱਚ ਲੋਕ ਜਤ ਸਤ ਦੇ ਧਾਰਨੀ ਸਨ। ਉਹ ਬੜੇ ਉੱਚੇ ਆਚਰਨ ਵਾਲੇ ਸਨ। ਭਾਵੇਂ ਵਿਰਲੀਆਂ ਘਟਨਾਵਾਂ ਉਹਨਾਂ ਸਮਿਆਂ 'ਚ ਵੀ ਮਿਲਦੀਆਂ ਨੇ ਕਿ ਜਿਹੜੀਆਂ ਆਚਰਨ ਤੋਂ ਡਿੱਗੇ ਹੋਏ ਲੋਕਾਂ ਨੇ ਕੁਝ ਕੀਤਾ, ਲੇਕਿਨ ਬਹੁ ਗਿਣਤੀ ਦੀ ਗੱਲ ਲਈ ਜਾ ਰਹੀ ਹੈ, ਨਾ ਕਿ ਕਿਸੇ ਇੱਕ ਦੀ। ਹੁਣ ਇਸ ਤ੍ਰੇਤੇ ਯੁੱਗ ਵਿੱਚ ਕੀ ਹੋਇਆ? ਧਰਮ ਦੇ 3 ਪੈਰ ਰਹਿ ਗਏ, ਇੱਕ ਪੈਰ ਖਿਸਕ ਗਿਆ, ਯਾਨੀ 25% ਧਰਮ ਅਲੋਪ ਹੋ ਗਿਆ, 75% ਧਰਮ ਰਹਿ ਗਿਆ। ਤੇ ਲੋਕਾਂ ਦੇ ਅੰਦਰ ਹੁਣ ਜਤ ਦਾ ਬੋਲਬਾਲਾ ਹੋ ਗਿਆ। ਜ਼ੋਰ ਯਾਨੀ ਸਰੀਰ ਕਰਕੇ ਉਹ ਲੋਕ ਬਲਵਾਨ ਸਨ, ਉਹ ਸੂਰਮੇ ਸਨ, ਉਹ ਤਕੜੇ ਸਨ, ਹਿੰਮਤ ਵਾਲੇ ਸਨ। ਤੇ ਤ੍ਰੇਤੇ ਯੁੱਗ ਦੇ ਅੰਦਰ ਜਿਹੜਾ ਸਰੀਰਕ ਰੱਥ ਸੀ ਇਹ ਜਤ ਦਾ ਬਣ ਗਿਆ, ਤੇ ਇਹਨੂੰ ਚਲਾਉਣ ਵਾਲਾ ਰਥਵਾਈ ਕੌਣ ਹੋ ਗਿਆ? ਸੂਰਮ ਗਤੀ, ਤਾਕਤ, ਜ਼ੋਰ। ਇਹ ਤ੍ਰੇਤਾ ਯੁੱਗ ਦਾ ਜਿਹੜਾ ਰੂਪ ਹੈ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਉਹ ਲਿਆਂਦਾ। ਅੱਗੇ ਆ ਗਿਆ ਦੁਆਪਰ ਯੁੱਗ, ਸ਼੍ਰੀ ਕ੍ਰਿਸ਼ਨ ਜੀ ਦਾ ਯੁੱਗ ਮੰਨਿਆ ਜਾਂਦਾ ਹੈ। ਇਸ ਯੁੱਗ ਵਿੱਚ ਰਥ ਤਪੈ ਕਾ, ਲੋਕ ਤਪ ਸਾਧਨਾਵਾਂ ਕਰਦੇ ਸਨ। ਸਤ ਅੱਗੇ ਰਥਵਾ, ਉਹਨਾਂ ਦਾ ਰਥਵਾਈ ਸਤ ਹੁੰਦਾ ਸੀ। ਸਤ ਮੈਨੇ ਸਚਾਈ, ਸਤ ਮੈਨੇ ਉੱਚਾ ਆਚਰਨ, ਸ਼ੁਭ ਕਰਮ ਕਰਨੇ, ਤਪ ਸਾਧਨਾਵਾਂ ਕਰਨੀਆਂ, ਪ੍ਰਭੂ ਪ੍ਰਾਪਤੀ ਵਾਸਤੇ ਉਦਮਸ਼ੀਲ ਰਹਿਣਾ। ਇਹ ਦੁਆਪਰ ਯੁੱਗ ਦੀ ਨਿਸ਼ਾਨੀ ਹੈ। ਸੋ ਇੱਥੇ ਇਹ ਅਸੀਂ ਵੇਖ ਰਹੇ ਹਾਂ ਕਿ ਮਨੁੱਖਤਾ ਦੇ ਸੁਭਾਅ ਬਦਲ ਰਹੇ ਨੇ, ਕੁਝ ਹੋਰ ਨਹੀਂ ਤਬਦੀਲ ਹੋ ਰਿਹਾ। ਅੱਗੇ ਆਪਾਂ ਸਮਝਣਾ ਹੈ ਕਿ ਕਿਸ ਤਰ੍ਹਾਂ
ਜਿਵੇਂ ਗੁਰੂ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਇਹ ਗੱਲ ਸਮਝਾਈ ਹੈ ਕਿ ਹਰ ਯੁੱਗ ਵਿੱਚ ਇਹੋ ਹੀ ਚੰਦਰਮਾ ਰਿਹਾ, ਇਹੋ ਹੀ ਸੂਰਜ ਰਿਹਾ, ਇਹੋ ਹੀ ਹਵਾ ਚੱਲਦੀ ਰਹੀ, ਇਹੋ ਹੀ ਸਭ ਕੁਝ ਰਿਹਾ। ਸਿਰਫ ਜੇ ਤਬਦੀਲੀ ਹੋਈ ਤੇ ਮਨੁੱਖਤਾ ਦੇ ਸੁਭਾਅ ਵਿੱਚ ਤਬਦੀਲੀ ਹੋਈ, ਹੋਰ ਕੁਝ ਨਹੀਂ ਬਦਲਿਆ। ਹਰ ਚੀਜ਼ ਉਹ ਹੋਈ ਰਹੀ। ਪਤਝੜ ਇਸ ਤਰ੍ਹਾਂ ਹੀ ਆਉਂਦੀ ਰਹੀ, ਬਸੰਤ ਇਸ ਤਰ੍ਹਾਂ ਹੀ ਆਉਂਦੀ ਰਹੀ, ਗਰਮੀਆਂ ਤੇ ਸਰਦੀਆਂ ਆਉਂਦੀਆਂ ਰਹੀਆਂ, ਤਾਰੇ ਨਿਕਲਦੇ ਰਹੇ ਤੇ ਛਿਪਦੇ ਰਹੇ, ਲੋਕ ਜੰਮਦੇ ਰਹੇ ਤੇ ਮਰਦੇ ਰਹੇ। ਪਰ ਤਬਦੀਲੀ ਕੀ ਹੋਈ? ਤਬਦੀਲੀ ਹੋਈ ਮਾਨਵਤਾ ਦੇ ਸੁਭਾਅ ਦੇ ਅੰਦਰ। ਦੁਆਪਰ ਦੇ ਵਿੱਚ ਜਿਹੜੇ ਧਰਮ ਦੇ 2 ਪੈਰ ਚਲੇ ਗਏ, 50% ਧਰਮ ਰਹਿ ਗਿਆ ਤੇ 50% ਧਰਮ ਖਤਮ ਹੋ ਗਿਆ ਲੋਕਾਂ ਵਿੱਚੋਂ। ਤਪ ਸਾਧਨਾਵਾਂ ਲੋਕ ਕਰਨ ਲੱਗ ਪਏ, ਉੱਚਾ ਆਚਰਨ ਭਾਵੇਂ ਰੱਖਦੇ ਹੀ ਰਹੇ। ਅਗਲਾ ਬਚਨ ਲਿਖਿਆ ਗੁਰੂ ਜੀ ਨੇ, ਕਲਯੁਗ ਰਥ ਆਗਨ ਕਾ। ਹੁਣ ਤੁਸੀਂ ਵੇਖਦੇ ਹੋ ਜਿਹੜਾ ਉਤਲੇ 3 ਯੁੱਗ ਨੇ, ਉਹਨਾਂ ਵਿੱਚ ਕਿਤੇ ਨਾ ਕਿਤੇ ਕੁਝ ਚੰਗੇ ਕਰਮ ਲੋਕ ਕਰਦੇ ਰਹੇ ਨੇ, ਕੁਛ ਮੰਦਾ ਹੁੰਦਾ ਰਿਹਾ ਭਾਵੇਂ, ਪਰ ਬਹੁ ਗਿਣਤੀ ਲੋਕ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਸਤਯੁਗ ਦੇ ਵਿੱਚ ਤੇ ਪੂਰਨ ਤੌਰ ਤੇ ਸੰਤੋਖ ਤੇ ਧਰਮ ਦਾ ਬੋਲਬਾਲਾ ਰਿਹਾ। ਤ੍ਰੇਤੇ ਵਿੱਚ ਲੋਕੀ ਜਤ ਰੱਖਦੇ ਤੇ ਬਲਵਾਨ ਹੁੰਦੇ। ਦੁਆਪਰ ਵਿੱਚ ਤਪ ਸਾਧਨਾਵਾਂ ਕਰਦੇ ਤੇ ਉੱਚਾ ਆਚਰਣ ਰੱਖਦੇ। ਕਲਯੁਗ ਵਿੱਚ ਕੀ ਹੋ ਗਿਆ? ਰਥ ਅਗਨ ਕਾ। ਇਹ ਸਰੀਰ ਰੂਪੀ ਸਾਡਾ ਰਥ। ਅਗਨ ਦਾ ਅਰਥ ਹੁੰਦਾ ਜੀ ਤ੍ਰਿਸ਼ਨਾ। ਤ੍ਰਿਸ਼ਨਾ ਗੁਰਬਾਣੀ ਵਿੱਚ ਬਾਰ-ਬਾਰ ਉਹਨੂੰ ਅੱਗ ਨਾਲ ਤਸ਼ਬੀਹ ਦਿੱਤੀ ਗਈ ਹੈ। ਹਰ ਮਨੁੱਖ ਦੇ ਅੰਦਰ ਕਿਸੇ ਵਿਰਲੇ ਨੂੰ ਛੱਡ ਕੇ ਅੱਗ ਲੱਗੀ ਹੋਈ ਹੈ। ਇੰਨੀ ਕਾਹਲੀ, ਇੰਨੀ ਛੇਤੀ, ਕਿਤੇ ਜਾ ਕੇ ਵੇਖੋ। ਮੈਂ ਕਈ ਵਾਰੀ ਵੇਖਿਆ, ਤੁਸੀਂ ਵੀ ਜਾਂਦੇ ਹੋਵੋਗੇ, ਡਾਕਟਰ ਦੇ ਆਫਿਸ ਵਿੱਚ ਵੀ ਕਾਹਲੀ, ਡਾਕਟਰ ਨੂੰ ਵੀ ਕਾਹਲੀ ਹੈ। ਬੰਦਾ ਮਰਦਾ ਹੈ ਪਿਆ, ਉਹਨੂੰ ਛੇਤੀ ਕਿ ਮੈਂ ਦੂਜਾ ਮਰੀਜ਼ ਵੇਖਣਾ। ਪਹਿਲੇ ਦਾ ਧਿਆਨ ਨਹੀਂ ਕਿ ਮੈਂ ਉਹਨੂੰ ਬਚਾ ਲਵਾਂ। ਉਹ ਮਰਦਾ ਹੈ ਤੇ ਉਹਦੀ ਮੰਜੀ ਪਰਾਂ ਹਟਾ ਦਿਓ, ਮਰਨ ਦਿਓ, ਦੂਜਾ ਲਿਆਓ, ਕਿਉਂਕਿ ਇੰਸ਼ੋਰੈਂਸ ਤੋਂ ਪੈਸੇ ਲੈਣੇ ਨੇ। ਕਾਹਲੀ ਹੈ ਕਿ ਜਿੰਨੇ ਵਧੇਰੇ ਮਰੀਜ਼ ਵੇਖ ਲਾਂਗਾ, ਉਨੇ ਹੀ ਪੈਸੇ ਜ਼ਿਆਦਾ ਵੱਟੇ ਜਾਣੇ ਨੇ। ਸਾਡੇ ਗ੍ਰੰਥੀਆਂ 'ਚ ਬੜੀ ਕਾਹਲੀ। ਤੁਸੀਂ ਆਖਣਾ ਵੀ ਦੂਜਿਆਂ ਦੀ ਗੱਲ ਕਰਦਾ, ਆਪਣਿਆਂ ਦੀ ਕਿਉਂ ਨਹੀਂ ਕਰਦਾ? ਸਾਡੇ ਬੰਦੇ ਕਿਤੇ ਪਾਠ ਕਰਦੇ, ਇਹਨਾਂ ਨੂੰ ਵੇਖੋ, ਸਮਝ ਨਹੀਂ ਆ ਸਕਦੀ। ਜਿੰਨਾ ਮਰਜ਼ੀ ਧਿਆਨ ਲਾ ਕੇ ਕੋਈ ਸੁਣਨ ਦੀ ਕੋਸ਼ਿਸ਼ ਕਰੇ, ਤੁਸੀਂ ਸਮਝ ਨਹੀਂ ਸਕਦੇ ਕਿ ਭਾਈ ਸਾਹਿਬ ਨੇ ਪੜ੍ਹਿਆ ਕੀ ਹੈ। ਉਹ ਕਹਿੰਦੇ ਨੇ ਜੇ ਸਮਝ ਆ ਗਈ ਤਾਂ ਸਾਡੇ ਪੜ੍ਹਨ ਦਾ ਫਾਇਦਾ ਕੀ ਹੋਇਆ? ਹਰ ਥਾਂ ਤੇ ਤ੍ਰਿਸ਼ਨਾ ਅਗਨ ਜਲੈ ਸੰਸਾਰਾ। ਇਹ ਤ੍ਰਿਸ਼ਨਾ ਦੀ ਅੱਗ ਵਿੱਚ ਪੂਰਾ ਸੰਸਾਰ ਸੜ ਰਿਹਾ ਹੈ। ਚਾਹੇ ਉਹ ਪੁਜਾਰੀ ਨੇ, ਚਾਹੇ ਉਹ ਗ੍ਰੰਥੀ ਨੇ, ਚਾਹੇ ਉਹ ਕੁਝ ਹੋਰ ਨੇ, ਧਰਮ ਦੇ ਵੱਡੇ ਵੱਡੇ ਆਚਾਰੀਆ ਲੋਕ ਨੇ। ਰਾਜਨੀਤਿਕਾਂ ਦਾ ਤੇ ਕਹਿਣਾ ਕੀ, ਉੱਥੇ ਤੇ ਅੱਗ ਦੇ ਭਾਂਬੜ ਮੱਚਦੇ ਨੇ। ਤੁਸੀਂ ਕਦੀ ਵੇਖੇ ਨੇ ਇਹਨਾਂ ਦੇ ਦਰਬਾਰ ਕਿਵੇਂ ਅੰਦਰ ਹੀ ਰੌਲੇ ਪੈ ਰਹੇ ਨੇ, ਇੱਕ ਦੂਜੇ ਉੱਤੇ ਛਿੱਤਰ ਸੁੱਟੇ ਜਾ ਰਹੇ ਨੇ, ਕੀ ਕੁਝ ਨਹੀਂ ਹੁੰਦਾ। ਗੁਰਦੁਆਰਿਆਂ ਵਿੱਚ, ਮੰਦਿਰਾਂ ਵਿੱਚ ਗੋਲੀਆਂ ਚੱਲ ਰਹੀਆਂ ਨੇ, ਲੋਕ ਲੜ ਰਹੇ ਨੇ। ਇਹ ਹੈ ਜੀ ਕਲਯੁਗ ਰਥ ਅਗਨ ਕਾ। ਇਹਨੂੰ ਚਲਾਉਣ ਵਾਲਾ ਕੌਣ ਹੈ? ਕੂੜ, ਝੂਠ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ, ਇਹ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਹਦੇ ਵਿੱਚ ਕੂੜ ਦੀ ਪ੍ਰਧਾਨਗੀ ਹੈ। ਸੋ ਇਹ ਹੈ ਜੀ ਕਲਯੁਗ। ਆਪਾਂ ਨਾ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਹੁਣ ਸਮਾਂ ਇਜਾਜ਼ਤ ਆਪਾਂ ਨੂੰ ਨਹੀਂ ਦਿੰਦਾ। ਇੱਥੋਂ ਥੋੜ੍ਹਾ ਯੁੱਗਾਂ ਬਾਰੇ, ਜਿਵੇਂ ਅੱਜ ਆਪਾਂ ਸਮਝਿਆ ਕਿ ਇਹ ਯੁੱਗ ਕੋਈ ਮਾਨਵ ਜਾਤੀ ਨਹੀਂ ਹੈ, ਕੋਈ ਸਰੀਰ ਨਹੀਂ ਹਨ, ਸਗੋਂ ਇਹ ਮਨੁੱਖਤਾ ਦੇ ਸੁਭਾਅ ਦੀ ਤਬਦੀਲੀ ਹੈ। ਕਿਵੇਂ ਕਿਵੇਂ ਤਬਦੀਲੀ ਆਉਂਦੀ ਹੈ। ਕਲਯੁਗ ਦੇ ਵਿੱਚ ਧਰਮ ਨਾਂ ਦੀ ਕੋਈ ਚੀਜ਼ ਨਹੀਂ। ਵੈਸੇ ਅਸੀਂ ਕਹਿ ਸਕਦੇ ਹਾਂ ਕਿ 25% ਧਰਮ ਹੈ, 75% ਅਲੋਪ ਹੋ ਗਿਆ, ਲੇਕਿਨ 25 ਲੱਭਦਾ ਕੋਈ ਨਹੀਂ ਗਾ। ਗੁਰਦੁਆਰਿਆਂ 'ਚ ਬੈਠੇ ਹੀ ਆਪਾਂ ਸੋਹਣੇ ਲੱਗਦੇ ਹਾਂ। ਮੈਂ ਵੀ ਵਿੱਚੇ ਹੀ ਹਾਂ, ਬਾਹਰ ਮੈਨੂੰ ਕਿਤੇ ਵੇਖਣਾ ਤੁਸੀਂ। ਕਲਯੁਗ ਵਾਪਰਦਾ ਹੁੰਦਾ, ਕੋਈ ਨਹੀਂ ਰਹਿੰਦਾ ਅੰਦਰ ਧਰਮ, ਕੋਈ ਨਹੀਂ ਰਹਿੰਦਾ ਅੰਦਰ ਸਤ ਸੰਤੋਖ। ਸੋ ਇਹ ਧਰਮ ਪੰਥ ਕਰ ਉੱਡ ਰਿਹਾ। ਗੁਰੂ ਨਾਨਕ ਸਾਹਿਬ ਨੇ ਆਖਿਆ, ਇਉਂ ਲੱਗਦਾ ਵੀ ਜਿਵੇਂ ਧਰਮ ਨੂੰ ਖੰਭ ਲੱਗ ਗਏ ਹੋਣ ਤੇ ਇਹ ਉਡਾਰੀ ਮਾਰ ਕੇ ਕਿਤੇ ਆਕਾਸ਼ ਨੂੰ ਚਲਾ ਗਿਆ ਹੋਵੇ, ਧਰਤੀ ਉੱਤੇ ਹੁਣ ਕੋਈ ਨਹੀਂ ਲੱਭਦਾ ਹੈ।
ਲੇਕਿਨ ਆਪਾਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਉਂਦੇ ਆ, ਆਪਾਂ ਸੱਚਮੁੱਚ ਧਰਮੀ ਬਣਨਾ। ਉਹ ਜਿਹੜਾ 25% ਰਹਿ ਗਿਆ ਨਾ ਧਰਮ, ਆਪਾਂ ਉਹਦੇ ਵਿੱਚ ਸ਼ਾਮਲ ਹੋਣਾ ਹੈ। ਆਪਾਂ ਅਗਨੀ ਦੇ ਤ੍ਰਿਸ਼ਨਾ ਦੇ ਰੱਥ ਤੇ ਨਹੀਂ ਸਵਾਰ ਹੋਣਾ। ਆਪਣੀ ਅਗਵਾਈ ਕੂੜ ਨੂੰ ਨਹੀਂ ਕਰਨ ਦੇਣੀ। ਆਪਾਂ ਇਸ ਯੁੱਗ ਨੂੰ ਸਤ ਯੁੱਗ ਵਿੱਚ ਤਬਦੀਲ ਕਰਨਾ ਹੈ। ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਕਿ ਜੇ ਤੁਸੀਂ ਹਿੰਮਤ ਕਰੋਗੇ ਤੇ ਗੁਰੂ ਸਾਹਿਬ ਨੇ ਆਖਿਆ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਦਾਵਾ ਅਗਨ ਕਹਿੰਦੇ ਨੇ ਜੰਗਲ ਦੀ ਅੱਗ ਨੂੰ, ਉਹ ਆਪੇ ਹੀ ਲੱਗਦੀ ਜੀ, ਕੋਈ ਲਾਉਂਦਾ ਨਹੀਂ ਹੁੰਦਾ। ਉਹ ਪੂਰੇ ਜੰਗਲਾਂ ਦੇ ਜੰਗਲ, ਤੁਸੀਂ ਕੈਲੀਫੋਰਨੀਆ ਦਾ ਹਾਲ ਵੇਖੋ ਕਿਵੇਂ ਜੰਗਲ ਸੜ ਰਹੇ ਨੇ, ਲੇਕਿਨ ਕੋਈ ਹਰਿਆ ਬੂਟ ਰਹੇ ਹੋ। ਉਸ ਅੱਗ ਵਿੱਚ ਵੀ, ਬਲਦੀ ਅੱਗ ਵਿੱਚ ਵੀ ਰੱਬ ਜਾਣੇ ਕਿਵੇਂ ਕੋਈ ਬੂਟਾ ਅੱਗ ਤੋਂ ਬਚਿਆ ਰਹਿ ਜਾਂਦਾ। ਆਪਾਂ ਉਹਦੇ ਵਿੱਚ ਸ਼ਾਮਲ ਹੋਣਾ। ਆਪਾਂ ਇਸ ਕਲਯੁੱਗ ਦੀ ਅਗਨ ਵਿੱਚ ਸੜਨਾ ਨਹੀਂ, ਸਗੋਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਸਿੱਧ ਕਰਨਾ ਹੈ ਕਿ ਇਸ ਜੰਗਲ ਦੀ ਬਲਦੀ ਹੋਈ ਅੱਗ ਵਿੱਚੋਂ ਵੀ ਰੱਬ ਦੀ ਮਿਹਰਬਾਨੀ ਨਾਲ ਕੋਈ ਬੂਟਾ ਹਰਿਆ ਰਹਿ ਸਕਦਾ ਹੈ। ਤੇ ਜੇ ਇੱਕ ਇੱਕ ਬੂਟਾ ਹਰਿਆ ਰਹਿਣ ਲੱਗਾ ਤੇ ਇੱਕ ਵਕਤ ਆਏਗਾ ਇਹ ਹਰਿਆਂ ਬੂਟਿਆਂ ਦਾ ਜੰਗਲ ਬਣ ਜਾਏਗਾ। ਜਦੋਂ ਹਰਿਆਂ ਬੂਟਿਆਂ ਦਾ ਜੰਗਲ ਬਣਿਆ, ਉਸੇ ਨੂੰ ਤੇ ਸਤਿਯੁਗ ਆਖੀਦਾ। ਹੋਰ ਸਤਿਯੁਗ ਕਿਹੜਾ ਆਉਣਾ ਹੈ? ਸੋ ਆਪਾਂ ਇੱਥੋਂ ਗੱਲ ਸ਼ੁਰੂ ਕਰਾਂਗੇ ਜੀ। ਅਗਲੀ ਗੱਲ ਗੁਰੂ ਸਾਹਿਬ ਨੇ ਆਖਿਆ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨ ਅਰ ਤਪਤ ਰਹਿ, ਸਾ ਧਰਤੀ ਸੋ ਪਉਣ ਚੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲੇ ਨਾ ਫਿਰ ਅਗਲੀ ਜਿਹੜੀ ਵਿਚਾਰ ਹੈ ਗੁਰੂ ਨਾਨਕ ਸਾਹਿਬ ਦੀ, ਉਹ ਹੈ ਵਸਦੇ ਰਹੋ ਤੇ ਉੱਜੜ ਜਾਓ। ਇਹਨੂੰ ਵੀ ਸਮਝਾਂਗੇ, ਇਹਦੇ ਪਿੱਛੇ ਫਲਸਫਾ ਕੀ ਹੈ, ਵਸਦੇ ਰਹੋ ਤੇ ਉੱਜੜ ਜਾਓ। ਅੱਜ ਤੁਸੀਂ ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਵਿਚਾਰ ਨੂੰ ਸ਼ਰਵਨ ਕੀਤਾ ਹੈ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਮੇਰੀਆਂ ਭੁੱਲਾਂ ਖਿਮਾ ਕਰਨਾ, ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।